ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅੰਗਦ ਅਰਬਿੰਦ ਪਦ ਆਨੰਦ ਕੰਦ ਮੁਕੰਦ ਧਰ ਪਰ ਧਰ ਸਿਰ ਨਮਹਿ ਕਰ ਸ਼ਰਨ ਹਰਨ ਦੁਖ ਦੁੰਦ ਸ੍ਰੀ ਅੰਗਦ ਅਰਬਿੰਦ ਪਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਰਮੇਸ਼ਰ ਵਾਹਿਗੁਰੂ ਦੀ ਬੇਨਤੀ ਬੇਅੰਤ ਕਿਰਪਾ ਨਾਲ, ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ। ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗ ਜੁਗ ਅਟਲ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਕੀਰਤਨ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਰਾਹੀਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਅਤੇ ਮਹਾਨ ਇਲਾਹੇ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਤਾਈਂ ਪਿਤਾ ਕਾਲੂ ਜੀ ਨੇ ਗੋਦ ਵਿੱਚ ਲੈ ਕੇ ਤੇ ਬਚਨ ਕਹੇ ਕਿ ਤੁਸੀਂ ਕੋਈ ਨਾ ਕੋਈ ਖਰਾ ਸੌਦਾ ਕਰ ਲਓ, ਉਸ ਖਰਾ ਸੌਦਾ ਖਰੀਦ ਕੇ ਫਿਰ ਅੱਗੇ ਕਿਸੇ ਸ਼ਹਿਰ ਵਿੱਚ ਵੇਚ ਕੇ ਉਹਦਾ ਲਾਭ ਲੈ ਕੇ ਪਰਤੋ। ਇਸ ਤਰ੍ਹਾਂ ਜਿਹੜੇ 20 ਰੁਪਈਏ ਮੈਂ ਦੇ ਰਿਹਾ ਹਾਂ, ਜਦੋਂ ਇਸ ਤੇ ਖਰਾ ਸੌਦਾ ਕਰਕੇ ਉਹਨੂੰ ਵੇਚ ਕੇ ਅੱਗੇ ਹੋਰ ਜ਼ਿਆਦਾ ਬਣਾ ਲਿਆਓਗੇ, ਫਿਰ ਇਸ ਦੇ ਨਾਲੋਂ ਵੀ ਤੁਹਾਨੂੰ ਜਾਇਆ ਮੈਂ ਮਾਇਆ ਦੇ ਦੇਵਾਂਗਾ।
ਫਿਰ ਖਿਆਲ ਆਇਆ ਹੈ ਵੀ ਜਿਵੇਂ ਛੋਟੀ ਉਮਰ ਦੇ ਵਿੱਚ ਵੀ ਇਸ ਤਰ੍ਹਾਂ ਜੋ ਕੁਛ ਇਹਨਾਂ ਨੂੰ ਹਾਸਲ ਹੁੰਦਾ ਸੀ ਇੱਧਰ ਉੱਧਰ ਹੀ ਇਹ ਦੇ ਦਿੰਦੇ ਸੀ, ਕਿਤੇ ਐਸਾ ਨਾ ਕਰਨ। ਫਿਰ ਭਾਈ ਬਾਲਾ ਜੀ ਨੂੰ ਬੁਲਾ ਲਿਆ ਹੈ, ਕਹਿਣ ਲੱਗਿਆ ਵੀ ਤੂੰ ਇਹਨਾਂ ਦੇ ਨਾਲ ਜਾ, 20 ਰੁਪਈਏ ਵੀ ਤੂੰ ਹੀ ਲੈ, ਤੇ ਇਸ ਤਰ੍ਹਾਂ ਜਿੱਥੇ ਕੋਈ ਖਰਾ ਹੋਵੇ, ਲਾਭਦਾਇਕ ਸੌਦਾ ਹੋਵੇ, ਉਹ ਖਰੀਦ ਕੇ ਤੇ ਅੱਗੇ ਵੇਚ ਕੇ ਇਸ ਤਰ੍ਹਾਂ ਤੁਸਾਂ ਨੇ ਵਾਪਸ ਪਰਤਣਾ ਹੈ। ਭਾਈ ਬਾਲਾ ਜੀ ਨੇ ਉਹ 20 ਰੁਪਏ ਆਪਣੇ ਹੱਥ ਵਿੱਚ ਫੜ ਲਏ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਚੱਲਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਹੌਲੀ ਹੌਲੀ ਰਸਤਾ ਤੈਅ ਕਰਦੇ ਹੋਏ ਅੱਗੇ ਜੰਗਲ ਆ ਗਿਆ ਹੈ। ਇੱਧਰ ਉੱਧਰ ਤੱਕ ਰਹੇ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਈ ਬਹੁਤ ਵੱਡਾ ਸਾਧੂਆਂ ਸੰਤਾਂ ਦਾ ਟਿਕਾਣਾ ਆਸ਼ਰਮ ਹੈ, ਉਹਦੇ ਵਿੱਚ ਵਿਚਕਾਰ ਚਲੇ ਗਏ ਨੇ। ਤੇ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਪੂਜਨੀਕ ਸਤਿਕਾਰਯੋਗ ਸ਼੍ਰੀ ਮਹੰਤ ਹੈ, ਤੇ ਉਹਦੇ ਕੋਲ ਬੈਠ ਕੇ ਕਹਿਣ ਲੱਗ ਪਏ ਕਿ ਤੁਹਾਨੂੰ ਬਸਤਰ ਮਿਲਦੇ ਨਹੀਂ ਹੈ ਜਾਂ ਤੁਸੀਂ ਉਂਝ ਹੀ ਨਹੀਂ ਪਹਿਨਦੇ ਹੋ, ਭੋਜਨ ਪ੍ਰਸ਼ਾਦੇ ਦਾ ਤੁਹਾਡਾ ਕਿਵੇਂ ਪ੍ਰਬੰਧ ਹੁੰਦਾ ਹੈ? ਕੋਈ ਜਾਰੀ ਛਕ ਕੇ ਆਪਣਾ ਜਪ ਤਪ ਕਰ ਰਿਹਾ ਹੈ, ਕੋਈ ਫਲ ਪੱਤੇ ਕਰਕੇ, ਕੋਈ ਇਸੇ ਤਰ੍ਹਾਂ ਪੁੱਠਾ ਲੰਕ ਕੇ ਕਪਾਲੀ ਆਸਣ ਲਾ ਕੇ ਜਪ ਤਪ ਕਰ ਰਿਹਾ ਹੈ, ਕੋਈ ਗਲਗਲ ਪਾਣੀ ਵਿੱਚ ਬੈਠਾ ਹੈ। ਇਹ ਤੁਹਾਡੀ ਕਲਪਨਾ ਹੈ, ਜਪ ਤਪ ਹੈ। ਬਾਕੀ ਖਾਣ ਪੀਣ ਦਾ ਪ੍ਰਬੰਧ। ਕਹਿਣ ਲੱਗੇ ਜੀ ਅਸੀਂ ਇਸ ਸੰਤੋਖ ਦੇ ਆਸਣ ਤੇ ਸਵਾਏ ਮਾਨ ਹਾਂ। ਜੋ ਪਰਮੇਸ਼ਰ ਵੱਲੋਂ ਕੋਈ ਦਇਆ ਕਰਕੇ ਭੇਜਿਆ ਜਾਂਦਾ ਉਹ ਅਸੀਂ ਪ੍ਰਸੰਨ ਹੋ ਕੇ ਛਕ ਛਕਾ ਲੈਂਦੇ। ਜਿਨ੍ਹਾਂ ਤੋਂ ਅਸੀਂ ਇਹ ਸਿੱਖਿਆ ਲਈ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਅੱਗੇ ਕਿਸੇ ਦੇ ਹੱਥ ਨਹੀਂ ਅੱਡਣਾ ਹੈ, ਮੰਗਣਾ ਨਹੀਂ ਹੈ। ਪਰਮੇਸ਼ਰ ਦੇਵੇ ਉਹਨੂੰ ਛਕ ਛਕਾ ਲੈਣਾ, ਉਹ ਰੁੱਖਾ ਹੋਵੇ ਮਿੱਸਾ ਹੋਵੇ ਉਹਦੇ ਪ੍ਰਣ ਰਹਿਣਾ ਹੈ। ਤੇ ਇਸ ਕਰਕੇ ਅਸੀਂ ਸੰਤੋਖ ਦੇ ਸੰਵਾਸਰ ਤੇ ਹਿਮਾ ਬਰਾਜਦੇ ਹਾਂ। ਜਿਹੜਾ ਹੱਥ ਅੱਡਣ ਦੇ ਨਾਲ ਤਾਂ ਮਨੁੱਖ ਦੀ ਜਿਹੜੀ ਕੋਈ ਮਹਿਮਾ ਵਡਿਆਈ ਹੈ, ਸਤਿਕਾਰ ਹੈ, ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਦੇ ਕੇ ਧੋਖੇ ਸਭ ਗੁਣ ਗੌਰ ਪਿੱਟਦੇ। ਜਦੋਂ ਕਿਸੇ ਨੂੰ ਇਹ ਮਨੋਂ ਜਵਾਨ ਤੋਂ ਕਹਿਦਾ ਵੀ ਮੈਨੂੰ ਸਾਹ ਆ ਦੇ ਉਹ ਦੇ, ਮੇਰੇ ਸਭ ਕੁਛ ਖੇ ਵਿੱਚ ਮਿੱਟੀ ਵਿੱਚ ਪੈ ਜਾਂਦਾ ਹੈ। ਤੇ ਜਿਹੜਾ ਕੋਈ ਪਰਮੇਸ਼ਰ ਦਾ ਭਰੋਸਾ ਛੱਡ ਕੇ ਉਦੋਂ ਤੋਂ ਯਕੀਨ ਰਹਿਤ ਹੋ ਕੇ ਤੇ ਦੂਜਿਆਂ ਤੋਂ ਮੰਗਦਾ ਹੈ, ਤੇ ਉਹਦੇ ਵਿੱਚ ਜਿਹੜੇ ਵਾਹਿਗੁਰੂ ਨੇ ਗੁਣ ਦਿੱਤੇ ਹੁੰਦੇ ਉਹ ਵੀ ਗੁਣ ਵੀ ਉਹਨੂੰ ਪਿੱਠ ਦੇ ਜਾਂਦੇ ਹੈ। ਜਿਹੜੀ ਕੋਈ ਵਾਹਿਗੁਰੂ ਨੇ ਗੁਨਾਹ ਕਰਕੇ ਉਹਨੂੰ ਵਡਿਆਈ ਬਖਸ਼ੀ ਹੁੰਦੀ ਉਹ ਵੀ ਪਿੱਠ ਦੇ ਜਾਂਦੀ ਹੈ। ਇਸ ਕਰਕੇ ਅਸੀਂ ਇਹ ਸੰਤੋਖ ਰੱਖਦੇ ਹਾਂ, ਪਰਮੇਸ਼ਰ ਦਾ ਦਿੱਤਾ ਹੋਇਆ ਛਕਦੇ ਛਕਾਉਂਦੇ ਹਾਂ, ਕਿਸੇ ਅੱਗੇ ਹੱਥ ਨਹੀਂ ਅੱਡਦੇ ਹਾਂ। ਤੇ ਵਾਕਈ ਜਿਹੜਾ ਸਾਧੂ ਉਹਨੂੰ ਹਰ ਪੱਖ ਤੋਂ ਜਪ ਤਪ ਕਰਨ ਸਮੇਂ ਸੰਜਮ ਪਥ ਪਰਹੇਜ਼ ਹੀ ਰੱਖਣਾ ਚਾਹੀਦਾ ਹੈ। ਰੁੱਖਾ ਮਿੱਸਾ ਖਾ ਕੇ ਕਮਾਈ ਕਰਨੀ ਚਾਹੀਦੀ ਹੈ। ਪਰ ਐਸਾ ਨਹੀਂ ਵੀ ਅਸੀਂ ਭੋਜਨ ਛਕਦੇ ਨਹੀਂ। ਇਹ ਵਾਹਿਗੁਰੂ ਵੱਲੋਂ ਜਿਹੋ ਜਿਹਾ ਜਾਂਦਾ ਛਕ ਛਕਾ ਲੈਂਦੇ। ਸੋ ਆਪ ਗੁਰੂ ਨਾਨਕ ਸਾਹਿਬ ਹੁਣ ਪਰਮੇਸ਼ਰ ਰੂਪ ਹੈ। ਉਹ 20 ਰੁਪਈਏ ਭਾਈ ਬਾਲੇ ਜੀ ਤੋਂ ਲੈ ਕੇ ਅੱਗੇ ਰੱਖ ਦਿੱਤੇ। ਕਹਿੰਦੇ ਇਹਨਾਂ ਦਾ ਤੁਸੀਂ ਆ ਲੈ ਲਓ, ਕਿ ਰਸ ਪਾਣੀ ਛਕ ਛਕਾ ਲਓ। ਉਹ ਕਹਿਣ ਲੱਗੇ ਵੀ ਅਸੀਂ ਪੈਸੇ ਨਹੀਂ, ਰਸ ਲਿਆ ਦਿਓ, ਫਿਰ ਅਸੀਂ ਬਣਾ ਕੇ ਛਕ ਛਕਾ ਲਾਂਗੇ। ਇਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ
ਇਹ ਲਾਭਦਾਈ ਹੈ ਸੌਦਾ, ਖਰਾ ਸੌਦਾ ਹੈ, ਵਧੀਆ ਸੌਦਾ ਹੈ। ਇਹਦਾ ਇੱਥੇ ਵੀ ਸਾਨੂੰ ਲਾਭ ਹੋਏਗਾ ਤੇ ਅੱਗੇ ਵੀ ਇਹ ਖਰੇ ਸੌਦੇ ਦਾ ਲਾਭ ਹੋਊਗਾ, ਜਿਹੜਾ ਇਹ ਸਾਧੂਆਂ ਸੰਤਾਂ ਨੂੰ ਆਪਾਂ ਰਸਤ ਪਾਣੀ ਲਿਆ ਕੇ ਛਕਾ ਦੇਵਾਂਗੇ। ਇਹ ਦਾਨ ਰੂਪ ਵਿੱਚ ਜਦੋਂ ਚਲਿਆ ਗਿਆ ਸਾਡਾ ਰੁਪਈਆ, ਇੱਥੇ ਵੀ ਸਾਨੂੰ ਸੁਖ ਦੂ, ਸੋਭਾ ਦੂ, ਵੀ ਬੜਾ ਇਹ ਦਾਨੀ ਹੈ। ਤੇ ਪਰਲੋਕ ਵਿੱਚ ਵੀ ਇਹ ਅਗਲੇ ਜਨਮ ਵਿੱਚ ਵੀ ਸਾਡੀ ਇਹ ਸਹਾਇਤਾ ਕਰੂਗਾ। ਭਾਈ ਬਾਲਾ ਜੀ ਨੇ ਕਿਹਾ ਕਿ ਮਹਾਰਾਜ ਤੁਹਾਡੇ ਪਿਤਾ ਨੇ ਤਾਂ ਕੋਈ ਹੋਰ ਖਿਆਲ ਕਰਕੇ ਰੁਪਈਏ ਦੇ ਕੇ ਭੇਜਿਆ ਹੈ, ਤਾਂ ਹੁਣ ਤੁਸੀਂ ਸਮਝਿਓ ਉਹਨਾਂ ਨਾਲ। ਮੈਂ ਤਾਂ ਤੁਹਾਡਾ ਪਹਿਲਾਂ ਵੀ ਦਾਸ ਸੀ, ਉਮਰ ਕਰਕੇ ਭਾਵੇਂ 3 ਸਾਲ ਤੁਹਾਡੇ ਨਾਲ ਮੈਂ ਵੱਡਾ ਹਾਂ, ਪਰ ਮੈਂ ਨਹੀਂ ਕੁਝ ਕਹਿਣਾ ਹੈ। ਜਿਹੜਾ ਕੋਈ ਪਿਤਾ ਨਾ ਸਮਝਣਾ ਤੁਸੀਂ ਆਪੇ ਸਮਝਿਓ। ਕਹਿਣ ਲੱਗੇ ਪਿਤਾ ਨੇ ਜਦੋਂ ਕਿਹਾ ਹੀ ਹੈ ਵੀ ਲਾਭਦਾਈ ਸੌਦਾ ਕਰਨਾ ਹੈ, ਇਦੋਂ ਹੋਰ ਕਿਹੜਾ ਹੋ ਲਾਭਦਾਈ। ਰੋਜ਼ ਵੇਲੇ ਚੂੜਕਾਣੇ ਉਹ ਸ਼ਹਿਰ ਵਿੱਚ ਮੰਡੀ ਵਿੱਚ ਚਲੇ ਗਏ। 5 ਰੁਪਈਏ ਦਾ ਆਟਾ ਲੈ ਲਿਆ, 5 ਰੁਪਈਏ ਦੇ ਚੌਲ ਲੈ ਲਏ ਨੇ, 3 ਰੁਪਈਏ ਦਾ ਦੇਸੀ ਘਿਓ, 3 ਰੁਪਈਏ ਦੀ ਖੰਡ ਜੀ ਲੈ ਲਈ ਹੈ। ਹੋਰ ਲੂਣ ਮਿਰਚ ਮਸਾਲਾ ਨਾਲ ਲੈ ਕੇ ਕੁਝ ਜਿਹੜਾ ਦੁੱਧ ਲੈ ਲਿਆ ਹੈ ਖੀਰ ਬਣਾਉਣ ਵਾਸਤੇ। ਬਾਕੀ ਰਹਿੰਦੇ ਜਿਹੜੇ ਕੋਈ ਉਹ ਭਾਰ ਚੁੱਕ ਕੇ ਲਿਜਾਣ ਵਾਲਾ ਹੈ, ਭਾੜੇ ਵਾਲਾ, ਉਹਨੂੰ ਦੇ ਦਿੱਤੇ ਨੇ। ਚੁੱਕ ਚੁਕਾ ਕੇ ਤੇ ਸਾਰਾ ਰਸ ਪਾਣੀ ਉਹ ਸਾਧੂਆਂ ਦੇ ਅੱਗੇ ਲਿਆ ਰੱਖਿਆ ਹੈ। ਕਹਿਣ ਲੱਗੇ ਮਹਾਰਾਜ ਛਕੋ। ਇਹ ਜਿਹੜਾ ਸ਼੍ਰੀ ਮਹੰਤ ਹੈ, ਮੁਖੀ ਮਹੰਤ ਹੈ, ਉਸਨੇ ਫਿਰ ਕਹਿ ਦਿੱਤਾ ਕਿ ਮਹਾਰਾਜ ਅਸੀਂ ਹੁਣ ਛਕਾ ਲਵਾਂਗੇ, ਆਪ ਕਿਰਪਾ ਕਰਕੇ ਹੁਣ ਆਪਣੇ ਅਸਥਾਨ ਨੂੰ ਪਰਤ ਜਾਓ। ਸੋ ਗੁਰੂ ਨਾਨਕ ਸਾਹਿਬ ਜੀ ਇਹ ਸਾਰਾ ਕੁਛ ਕਰ ਕਰਾ ਕੇ ਵਾਪਸ ਪਰਤ ਆਏ। ਇੱਥੋਂ ਤੱਕ ਪਰ ਪ੍ਰਸੰਗ ਕੱਲ੍ਹ ਦੇ ਵਿਗਿਆਨ ਵਿੱਚ ਸੁਣਿਆ ਸੀ। ਜਿਵੇਂ ਵਾਪਸ ਆਏ, ਜਿਵੇਂ ਕੋਈ ਪਿਤਾ ਵੱਲੋਂ ਉਹ ਆਪਣੇ ਸੁਭਾਅ ਮੁਤਾਬਕ ਅਗਿਆਨਤਾ ਵਿੱਚ ਕਹਾਇਆ ਗਿਆ, ਜੋ ਕੁਛ ਨਹੀਂ ਕਰਨਾ ਸੀ ਉਹ ਉਸਨੇ ਕਰਿਆ ਕਰਾਇਆ। ਉਹ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਅੰਗਦ ਅਰਬਿੰਦ ਪਦ। ਕਵੀ ਸੰਤੋਖ ਸਿੰਘ ਜੀ ਇਹ ਗੁਰੂ ਕਾ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਹੇ ਸਰੋਤਾ ਜਨੋ, ਜੋ ਸ੍ਰੀ ਸੋਭਾ ਵਾਲੇ ਸ਼੍ਰੋਮਣੀ ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਦੇ ਜਿਹੜੇ ਚਰਨ ਕਮਲ ਹਨ, ਆਨੰਦ ਕੰਦ ਮੁਕੰਦ। ਬਹੁਤ ਹੀ ਕਹਿੰਦੇ ਆਨੰਦ ਕੰਦ ਕੀ ਇਹ ਫਲ ਹੈ, ਜਾਣੀ ਆਨੰਦ ਦਾ ਫਲ ਹੈ। ਜਾਂ ਕੰਦ ਨਾ ਦਾਤੇ ਦਾ, ਆਨੰਦ ਦੇ ਦਾਤੇ ਹੈ ਗੁਰੂ ਮਹਾਰਾਜ ਦੇ ਚਰਨ ਕਮਲ। ਕੰਦ ਦਾ ਅਰਥ ਬੱਦਲ ਵੀ ਹੁੰਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ ਚਰਨ ਆਨੰਦ ਦੇ ਤਾਂ ਬੱਦਲ ਹੀ ਹੈ। ਫਿਰ ਗੁਰੂ ਅੰਗਦ ਸਾਹਿਬ ਦੇ ਚਰਨ ਕਮਲ ਕਹਿੰਦੇ ਮੁਕਤੀ ਦਾਤਾ ਵੀ ਆ, ਮੁਕਤੀ ਦੇਣ ਵਾਲੇ ਵੀ ਹਨ। ਧਾਰ ਪਾਰ ਧਾਰ ਸਿਰ ਨਮਹਿ ਕਰ। ਮੈਂ ਕਵੀ ਗੁਰੂ ਕਾ ਇਤਿਹਾਸ ਕਹਿਣ ਤੋਂ ਪਹਿਲਾਂ ਹੀ ਸਰੋਤਾ ਜਨੋ, ਧਰਤੀ ਉੱਪਰ ਆਪਣਾ ਸੀਸ ਸ਼ਰਧਾ ਭਾਵਨਾ ਨਾਲ ਰੱਖ ਕੇ ਨਮਸਕਾਰ ਕਰਦਾ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨੂੰ। ਸ਼ਰਨ ਹਰਨ ਦੁਖ ਦੁੰਦ। ਫਿਰ ਜਿਨ੍ਹਾਂ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ, ਉਹ ਜਿੰਨੇ ਦੁੱਖ ਦੁੰਦ ਹੈ, ਬੜੇ ਬੜੇ ਜਿਹੜੇ ਦੁੱਖ ਹੈ, ਉਹਨਾਂ ਨੂੰ ਨਾਸ਼ ਕਰ ਦੇਣ ਵਾਲੀ ਹੈ। ਜਿਹੜਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਇਹ ਲਾਭ ਹੁੰਦਾ ਹੈ ਕਿ ਜਿਹੜੇ ਦੁੱਖ ਦੁੰਦ ਹੈ, ਜਿਹੜੇ ਉਪਦਰਵਾਂ ਦੇ, ਅਨਰਥਾਂ ਦੇ ਦੁੱਖ ਹੁੰਦੇ, ਝਗੜਿਆਂ ਝਾਂਜਿਆਂ ਦੇ ਦੁੱਖ ਹੁੰਦੇ ਹੈ, ਇਹ ਵੱਡੇ ਦੁੱਖ ਹੈ ਕਿ ਤਾਂ ਆਪ ਨਹੀਂ ਹੁੰਦਾ ਹੈ, ਇੱਕ ਇਰਦ ਗਿਰਦਿਆਂ ਨੂੰ ਵੀ ਸਾਰਿਆਂ ਨੂੰ ਦੁੱਖ ਦੁਖੀ ਕਰਦਾ ਹੈ। ਔਰ ਜਿਵੇਂ ਕੋਈ ਐਸਾ ਹੋ ਜਾਏ ਤੇ ਉਹ ਕਈ ਵਾਰੀ ਠਾਣੇ ਠੂਣੇ ਸਾਰਿਆਂ ਨੂੰ ਫੜ ਕੇ ਉਹਦੇ ਡੱਕ ਦਿੰਦੇ ਹੈ।
ਆਂਢ ਗੁਆਂਢ ਨੂੰ ਵਿਚਾਰਿਆਂ ਨੂੰ ਤੰਗੀ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਬੜੇ ਬੜੇ ਦੁੱਖ ਉਪਦਰਵ ਹਨ, ਜਿਨ੍ਹਾਂ ਕਰਕੇ ਆਪ ਵੀ ਤੇ ਬਾਕੀ ਵੀ ਦੁਖੀ ਹੁੰਦੇ, ਉਹ ਮਹਾਰਾਜ ਦੇ ਜਿਹੜੇ ਚਰਨਾਂ ਦੀ ਸ਼ਰਨ ਇਹਨਾਂ ਦੁੱਖਾਂ ਨੂੰ ਨਾਸ ਕਰ ਦੇਣ ਵਾਲੀ ਹੈ। ਸ੍ਰੀ ਬਾਲਾ ਸੰਦੂਰ ਵਾਚ ਚੌਪਈ ਜਬ ਹਮ ਗਮਨੇ ਤਿੰਨ ਕੋ ਤਿਆਗੀ। ਇਹ ਸਭ ਤੋਂ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਹੈ, ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਇਆ ਸੀ। ਉਸੇ ਇਤਿਹਾਸ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਕਰਕੇ ਜਦੋਂ ਵੀ ਪ੍ਰਸੰਗ ਸ਼ੁਰੂ ਕਰਦੇ ਉਦੋਂ ਸਭ ਤੋਂ ਪਹਿਲਾਂ ਸਤਿਕਾਰ ਨਾਲ ਭਾਈ ਬਾਲਾ ਜੀ ਨੂੰ ਅੱਗੇ ਰੱਖਦੇ ਹੈ। ਇਹ ਮਹਾਨਤਾ ਹੈ। ਨਹੀਂ ਤਾਂ ਕੋਈ ਮਾੜਾ ਜਿਹਾ ਕੋਈ ਪੁਸਤਕ ਲਿਖੇ ਤੇ ਸਭ ਤੋਂ ਪਹਿਲਾਂ ਆਪਣਾ ਸਤਿਕਾਰ ਨਾਲ ਦਾ ਨਾਂ ਲਿਖਿਆ ਹੁੰਦਾ ਹੈ। ਇਹ ਕਵੀ ਸੰਤੋਖ ਸਿੰਘ ਹੀ ਐਸਾ ਹੈ, ਗੁਰੂ ਕਾ ਇਤਿਹਾਸ ਕਹਿਣ ਤੋਂ ਪਹਿਲਾਂ ਜਿਹਨੇ ਸਭ ਤੋਂ ਪਹਿਲਾਂ ਕਿਹਾ ਇਤਿਹਾਸ, ਉਹਨੂੰ ਸਤਿਕਾਰ ਦਿੰਦਾ ਹੈ। ਸ੍ਰੀ ਸਾਲਾ ਸੁੰਦਰ ਬਾਜ ਸੁਭਾਏ ਮਨ ਜੋ ਬਾਲਾ ਸੰਧੂ ਗੋਦੇ, ਉਹਨਾਂ ਨੇ ਜਿਵੇਂ ਬਚਨ ਕਿਹਾ ਕਥਨ ਕੀਤਾ ਉਸੇ ਦਾ ਉਲੱਥਾ। ਹਾਂ, ਜਬ ਹਮ ਗਮਨੇ ਤਿਨ ਕੋ ਤਿਆਗੀ। ਇਹ ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਜੀ ਕਹਦੇ, ਜਦੋਂ ਸਾਧੂਆਂ ਸੰਤਾਂ ਨੂੰ ਸੀ ਛੱਡ ਕੇ ਚਲੇ ਗਏ, ਬੋਲੇ ਸੰਤ ਗਿਰਾ ਅਨੁਰਾਗੀ। ਸਾਡੇ ਜਾਣ ਤੋਂ ਬਾਅਦ ਉਹ ਜਿਹੜੇ ਪ੍ਰੇਮੀ ਪਿਆਰੇ ਸਾਧੂ ਸੰਤ ਹੈ, ਉਹ ਆਪੇ ਵਿੱਚ ਹੀ ਮਿਲ ਕੇ ਸ਼੍ਰੀ ਮਹੰਤ ਜੀ ਨੂੰ ਬਚਨ ਬੋਲੇ। ਆਰ ਬਲਾ ਲਗ ਬਾਲ ਸੁਚਾਲੀ। ਸ਼੍ਰੀ ਮਹੰਤ ਜੀ ਆ ਜਿਹੜੇ ਆਏ ਸਨ, ਇਹਨਾਂ ਦੀ ਉਮਰ ਤਾਂ ਛੋਟੀ ਸੀ ਤੇ ਬਾਲਕੀ ਸਨ, ਤੇ ਇਹਨਾਂ ਦੀ ਜਿਹੜੀ ਚਾਲੀ ਸੀ, ਰੀਤੀ ਸੀ, ਬੜੀ ਚੰਗੀ ਹੈ ਸੀ। ਗਿਰਾ ਵਿਰਾਗ ਭਗਤ ਭਲ ਸਾਲੀ। ਇਹਨਾਂ ਦੀ ਜਿਹੜੀ ਬਾਣੀ ਸੀ, ਬਚਨ ਸੀ, ਬੜੇ ਵਿਰਾਗਮਈ ਸੀ, ਭਗਤੀ ਵਾਲੇ ਸਨ। ਭਗਤੀ ਵਾਲੇ ਬੜੇ ਚੰਗੇ ਵਚਨ ਇਹਨਾਂ ਦੇ ਘਰ ਹੀ ਸੀ। ਤੁਮ ਸੋ ਆਨ ਕੀਨ ਬਹੁ ਪਾਉ। ਸ਼੍ਰੀ ਮਹੰਤ ਜੀ ਦੇਖੋ, ਜਦੋਂ ਇਹ ਬਾਲਕ ਉਮਰਾਂ ਵਾਲੇ ਤੁਹਾਡੇ ਕੋਲ ਆਏ, ਤੁਹਾਡੇ ਕੋਲ ਆ ਕੇ ਤੁਹਾਡਾ ਦਿਨ ਤੁਹਾਡੇ ਨਾਲ ਕਿੰਨਾ ਇਹਨਾਂ ਨੇ ਪ੍ਰੇਮ ਪਿਆਰ ਕੀਤਾ। ਮ੍ਰਿਦੁਲ ਕਿਰਪਾਲ ਵਿਸਾਲ ਸੁਭਾਉ। ਦੇਖੋ ਇਹਨਾਂ ਦਾ ਕਹਿੰਦੇ ਬੜਾ ਕੋਮਲ ਤੇ ਦਿਆਲੂ ਕਿਰਪਾਲੂ ਬਹੁਤਾ ਸੁਭਾਅ ਹੈ ਸੀ। ਭੋਜਨ ਸੌਜ ਆਨ ਜਬ ਵੈਸੇ। ਭੋਜਨ ਦੀ ਸਮੱਗਰੀ ਲਿਆ ਕੇ ਤੁਹਾਡੇ ਕੋਲੋਂ ਬੈਠ ਗਏ ਸਨ। ਚਲਨ ਰਜਾਏ ਦੀਨ ਤੁਮ ਕੈਸੇ। ਸ੍ਰੀ ਮਹੰਤ ਜੀ, ਉਹਨਾਂ ਨੂੰ ਫਿਰ ਤੁਸੀਂ ਵੀ ਹੁਣ ਚਲੇ ਜਾਓ, ਅਸੀਂ ਆਪੇ ਬਣਾ ਕੇ ਛਕਾ ਲਾਂਗੇ। ਤੁਸੀਂ ਆਗਿਆ ਕਿਵੇਂ ਕਰ ਦਿੱਤੀ? ਇਉਂ ਕਿਉਂ ਕਹਿਤਾ ਵੀ ਚਲੇ ਜਾਓ ਜੀ, ਅਸੀਂ ਭੋਜਨ ਛਕ ਲਾਂਗੇ। ਤੁਸੀਂ ਇੱਥੇ ਉਹਨਾਂ ਨੂੰ ਬਿਠਾਈ ਰੱਖਣਾ ਸੀ, ਅਸੀਂ ਦਰਸ਼ਨ ਕਰਦੇ, ਹੋਰ ਬਚਨ ਸੁਣਦੇ, ਉਹ ਵੀ ਛਕਦੇ, ਅਸੀਂ ਵੀ ਛਕਦੇ। ਤੁਸੀਂ ਇਹ ਰਸ ਪਾਣੀ ਜਦੋਂ ਲਿਆ ਕੇ ਰੱਖਿਆ ਤੇ ਉਹਨਾਂ ਨੂੰ ਜਾਣ ਦੀ ਆਗਿਆ ਕਿਵੇਂ ਕਰ ਦਿੱਤੀ ਵੀ ਜਾਓ ਛੇਤੀ ਦੇ ਕੇ। ਸੁਨ ਮਹੰਤ ਬੋਲਿਓ ਬਰਬਾਨੀ। ਉਹਨਾਂ ਆਪਣੇ ਸਿੱਖ ਸੇਵਕਾਂ ਤੋਂ ਸੁਣ ਕੇ ਜਿਹੜਾ ਸ਼੍ਰੀ ਮਹੰਤ ਹੈ, ਬੜਾ ਸ੍ਰੇਸ਼ਟ ਬਚਨ ਬੋਲਿਆ। ਇਹ ਕੋ ਪਰਮ ਪੁਰਖ ਸੁਖ ਦਾਨੀ। ਉਹ ਸੇਵਕੋ ਚੇਲਿਓ, ਇਹ ਜਿਹੜੇ ਕੋਈ ਆਏ ਸਨ ਬਾਲਕ ਉਮਰਾਂ ਵਾਲੇ, ਤਾਂ ਮਹਾਨ ਪੁਰਖ ਸੀ, ਬੜੇ ਸੁਖਾਂ ਦੇ ਦਾਨੀ, ਸੁਖ ਦੇਣ ਵਾਲੇ, ਕਲਾਵਾਨ ਗਿਆਨੀ ਗੁਣ ਖਾਨੀ। ਬੜੇ ਕਲਾ ਵਾਲੇ ਸੀ, ਸ਼ਕਤੀਆਂ ਵਾਲੇ ਸੀ, ਗਿਆਨਵਾਨ ਸੀ, ਗੁਣਾਂ ਦੀ ਤਾਂ ਇਹ ਖਾਣੀ ਸੀ। ਦੁਰਿਓ ਰਹਿ ਗਤ ਪਰ ਹੈ ਨ ਜਾਨੀ। ਇਸ ਤਰ੍ਹਾਂ ਜਿਹੜੇ ਗੁਣਾਂ ਦੇ ਖਾਣ ਗਿਆਨ ਬ੍ਰਹਮ ਗਿਆਨੀ, ਇਹ ਲੁਕ ਛਿਪ ਕੇ ਰਹਿ ਰਹੇ ਹੈ। ਇਹਨਾਂ ਦੀ ਕੋਈ ਅਵਸਥਾ ਜਿਹੜੀ ਹਾਲਤ ਹੈ ਜਾਣੀ ਨਹੀਂ ਜਾ ਸਕਦੀ ਵੀ ਇਹ ਇੰਨੇ ਮਹਾਨ ਹੁੰਦੇ ਹੋਏ ਨਾ ਕਿਉਂ ਲੁਕ ਰਹੇ, ਗੁਪਤ ਹੋ ਰਹੇ। ਭਇਓ ਅਸ ਹੈ ਮੁਝ ਤੇਜ ਪ੍ਰਭਾਉ। ਇਸ ਕਰਕੇ ਇਹਨਾਂ ਨੂੰ ਆਣ ਜਾਣ ਦੀ ਆਗਿਆ ਕਰ ਦਿੱਤੀ ਵੀ ਜਦੋਂ ਇਹ ਚੌਂਕੜਾ ਮਾਰ ਕੇ ਮੇਰੇ ਸਾਹਮਣੇ ਬੈਠ ਕੇ ਕਹਿੰਦੇ, ਮੇਰੇ ਉੱਪਰ ਇਹਨਾਂ ਦਾ ਤੇਜ ਦਾ ਐਸਾ ਪ੍ਰਤਾਪ ਪਿਆ, ਐਸਾ ਹੋਇਆ ਪ੍ਰਭਾਵ ਪਿਆ, ਜਾਂ ਤੇ ਦੀਨੀ ਜਾਨ ਰਜਾਉ। ਇਸ ਕਰਕੇ ਵੀ ਉਹਨਾਂ ਨੂੰ ਮੈਂ ਚਲੇ ਜਾਣ ਦੀ ਆਗਿਆ ਕਰ ਦਿੱਤੀ। ਉਹਨਾਂ ਦਾ ਤੇਜ ਦਾ ਜਿਹੜਾ ਪ੍ਰਤਾਪ ਮੇਰੇ ਪਾਸੋਂ ਚਲਿਆ ਨਹੀਂ ਗਿਆ। ਅਸ ਕਹਿ ਤਬ ਕੀਨੋ ਪੁਨ ਅਸਨਾ। ਇਸ ਤਰ੍ਹਾਂ ਦੇ ਜਿਹੜੇ ਬਚਨ ਆਪਣੇ ਸਿੱਖ ਸੇਵਕਾਂ ਨੂੰ, ਚੇਲਿਆਂ ਨੂੰ ਕਹਿ ਕੇ
ਤਦੋਂ ਜਿਹੜਾ ਉਹ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ, ਖਾਨ ਲਗੇ ਸਵਾਦਨ ਲੈ ਰਸਨਾ। ਆ ਛਕਣ ਲੱਗ ਪਏ ਹੈ ਤੇ ਜੀਭ ਦੇ ਨਾਲ ਉਹ ਭੋਜਨਾਂ ਦਾ ਸਵਾਦ ਲੈ ਰਹੇ, ਰਸ ਲੈ ਰਹੇ ਆ ਸਾਰੇ ਹੀ। ਸਿਤਾ ਕ੍ਰਿਤ ਮੇਲਿਓ ਸੰਗ ਪਾਇਸ। ਇਸ ਤਰ੍ਹਾਂ ਘਿਓ ਦੇ ਵਿੱਚ ਖੰਡ ਉਹ ਇਸ ਤਰ੍ਹਾਂ ਪਾ ਦਿੱਤੀ ਹੈ ਤੇ ਖੀਰ ਬਣਾ ਲਈ ਹੈ। ਇਸ ਤਰ੍ਹਾਂ ਘਿਓ ਖੰਡ ਵਗੈਰਾ ਮੇਲ ਕੇ ਖੀਰ ਬਣਾ ਕੇ ਸੰਤ ਸ਼ੁਦਾ ਤੁਰ ਤ੍ਰਿਪਤੇ ਖਾਇਸ। ਜਿੰਨੇ ਸਾਧੂ ਸੰਤ ਸੀ ਕਹਿੰਦੇ ਭੁੱਖ ਨਾਲ ਵਿਆਕਲ ਸੀ, ਛਕ ਛਕ ਕੇ ਪੂਰੇ ਤ੍ਰਿਪਤ ਹੋ ਗਏ ਹਨ। ਮਨ ਪ੍ਰਸੀਦ ਹੋਇ ਬਚਨ ਵਖਾਨੇ। ਤੇ ਸਾਰੇ ਸਾਧੂ ਸੰਤਾਂ ਨੇ ਮਨ ਵਿੱਚ ਪ੍ਰਸੰਨ ਹੋ ਕੇ ਬਚਨ ਕਹੇ ਹਨ। ਇਹ ਕਰਤਾਰ ਪਠਿਓ ਹਮ ਜਾਣੇ। ਵੀ ਅਸੀਂ ਤਾਂ ਇਹ ਜਾਣਿਆ ਵੀ ਇਹ ਤਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੋਈ ਭੇਜਿਆ ਸਾਡੀ ਖਬਰ ਸਾਲ ਨੇ। ਕਿਦੋਂ ਸਰੀਰ ਧਾਰ ਕਰਤਾਰਾ। ਅਥਵਾ ਕਹਿੰਦੇ ਜਿਹੜਾ ਇਹ ਕਰਤਾਰ ਨੇ ਗੁਰੂ ਨਾਨਕ ਦਾ ਸਰੀਰ ਧਾਰ ਕੇ ਆਨ ਲੀਨ ਸੁਧ ਦੀਨ ਆਹਾਰਾ। ਇਹ ਸਾਡੀ ਆ ਕੇ ਖਬਰਸਾਰ ਲਈ ਹੈ ਤੇ ਸਾਨੂੰ ਲਿਆ ਕੇ ਰਸ ਪਾਣੀ ਭੋਜਨ ਬੁਲਾਲਾ ਦਿੱਤਾ। ਇਹ ਤਾਂ ਕਰਤਾਰ ਹੀ ਆਇਆ ਆਪ। ਸਪਤ ਦਿਵਸ ਕੇ ਸ਼ੁੱਧ ਸੰਤਾਏ। ਦੇਖੋ ਅਸੀਂ 7 ਦਿਨ ਦੇ ਭੁੱਖੇ ਸੀ, ਸਾਨੂੰ ਭੁੱਖ ਨੇ ਬੜਾ ਤੰਗ ਕੀਤਾ ਹੋਇਆ ਸੀ। ਅਬ ਭੋਜਨ ਕਰ ਹਮ ਤ੍ਰਿਪਤਾਏ। ਹੁਣ ਅਸੀਂ ਖੁੱਲਾ ਡੁੱਲਾ ਭੋਜਨ ਖਾ ਤਾਂ ਛਕ ਕੇ ਤੇ ਐਨ ਪੂਰੇ ਤ੍ਰਿਪਤ ਹੋ ਗਏ ਆ। ਯਾਨੀ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੇ ਰਸ ਪਾਣੀ ਲਿਜਾ ਕੇ ਉਹਨਾਂ ਨੂੰ ਭੋਜਨ ਛਕਾਇਆ ਸੀ, ਤ੍ਰਿਪਤੀ ਕੀਤੀ। ਤੇ ਉਹ ਕਹਿੰਦੇ ਵੀ ਕਰਤਾਰ ਨੇ ਆ ਕੇ ਖਬਰ ਲਈ ਜਾਂ ਕਰਤਾਰ ਹੀ ਗੁਰੂ ਨਾਨਕ ਰੂਪ ਵਿੱਚ ਆ ਗਿਆ ਹੈ। ਤੇ ਕਈ ਜਿਹੜੇ ਉਹ ਸੰਤ ਰੇਣ ਨੂੰ ਗੁਰੂ ਨਾਨਕ ਸਾਹਿਬ ਦਾ ਗੁਰੂ ਕਹਿੰਦੇ ਵੀ ਉਹਨਾਂ ਤੋਂ ਉਪਦੇਸ਼ ਲਿਆ ਸੀ। ਕਈ ਜਿਹੜੇ ਉਦਾਸੀਆਂ ਦੇ ਵਿੱਚੋਂ ਵਿਦਵਾਨ ਹੋਏ, ਇਸ ਤਰ੍ਹਾਂ ਦਾ ਕੋਈ ਉਹ ਬੱਜਰ ਗਲਤੀ ਜੀ ਲਿਖਣ ਦੀ ਕਰ ਰਹੇ ਆ ਪੁਸਤਕਾਂ ਵਿੱਚ। ਤੇ ਜਿਨ੍ਹਾਂ ਨੂੰ 20 ਰੁਪਏ ਦਾ ਰਾਸ਼ਨ ਪਾਣੀ ਲਿਆ ਕੇ ਮਹਾਰਾਜ ਨੇ ਦਿੱਤਾ ਸੀ, ਉਹਨਾਂ ਤੋਂ ਮਹਾਰਾਜ ਨੇ ਕਹਿੰਦੇ ਉਪਦੇਸ਼ ਲਿਆ, ਉਹਨਾਂ ਨੂੰ ਗੁਰੂ ਧਾਰਿਆ ਸੀ। ਇੱਥੋਂ ਵੀ ਅੱਗੇ ਹੋਰ ਬੱਜਰੀ ਗਲਤੀ ਕਰ ਰਹੇ ਹੈ। ਕਹਿੰਦੇ ਇਕੱਲੇ ਸੰਤ ਰੇਣ ਨਹੀਂ ਗੁਰੂ ਨਾਨਕ ਦੇ ਗੁਰੂ ਸੀ, ਕਹਿੰਦੇ 6 ਹੋਰ ਗੁਰੂ ਵੀ ਧਾਰੇ ਸੀ ਉਹਨਾਂ ਨੇ। ਪਰ ਜੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਅਸੀਂ ਬਚਨ ਕਹੇ ਹੋਏ ਉਹਨਾਂ ਨੂੰ ਸਾਹਮਣੇ ਰੱਖੀਏ, ਫੇਰ ਇਹ ਗੱਲ ਨਦੀ ਕੋਰੀ ਝੂਠ ਹੈ। ਉਸ ਸਿੱਧਾ ਨਾਥਾਂ ਨੇ ਕਿਹਾ ਸੀ ਆਪ ਜੀ ਨੂੰ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਵੇ ਤੂੰ ਕਿਹਦਾ ਚੇਲਾ ਤੇ ਤੇਰਾ ਕੌਣ ਕਿਹੜਾ ਗੁਰੂ ਹੈ, ਉਹਦਾ ਨਾਂ ਲੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਆਪਣੇ ਮੁਖ ਦੇ ਵਗਣਾ ਵੀ ਜਿਹੜਾ ਸਾਡਾ ਸ਼ਬਦ ਆ ਬਾਣੀ ਹੈ ਨਾ, ਇਹ ਸਾਡਾ ਗੁਰੂ ਹੈ। ਕਿਉਂਕਿ ਗੁਰੂ ਜਿਹੜਾ ਗਿਆਨ ਦਿੰਦਾ ਹੈ, ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਕਪਾੜ ਖੋਲਦੀ ਹੈ ਗੁਰਬਾਣੀ। ਇਸ ਕਰਕੇ ਜਿਹੜਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਕਰਦੇ, ਉਹਨੂੰ ਗੁਰੂ ਕਿਹਾ ਜਾਂਦਾ ਹੈ। ਇਹ ਹੈ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਬਖਸ਼ਦੀ ਹੈ ਗੁਰਬਾਣੀ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਸੇ ਤਰ੍ਹਾਂ ਦੂਜਾ ਆਪ ਜੀ ਕਹਿ ਰਹੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਸ ਦੁਨੀਆ ਦਾ ਜਿਹੜਾ ਕੋਈ ਗੁਰੂ ਹੈ ਨਾ, ਉਹ ਤਾਂ ਸਾਡਾ ਸ਼ਬਦ ਗੁਰੂ ਹੈ, ਗੁਰਬਾਣੀ ਹੈ। ਤੇ ਇਸੇ ਤਰ੍ਹਾਂ ਜਿਹੜਾ ਸਾਡਾ ਇਸ਼ਟ ਹੈ, ਉਹ ਸਾਡਾ ਅਕਾਲ ਪੁਰਖ ਗੁਰੂ ਹੈ, ਪਰਮੇਸ਼ਰ ਵਾਹਿਗੁਰੂ ਹੈ, ਪਰੰਪਰ ਜੋ ਪ੍ਰਕਿਰਤੀ ਤੋਂ ਪਰੇ ਹੈ। ਇਸ ਤਰ੍ਹਾਂ ਜਾਣੀ ਉਹਨਾਂ ਦੇ ਮੁਖ ਦੇ ਬਚਨ ਹੈ। ਇਹਨਾਂ ਦੇ ਬਚਨਾਂ ਨੂੰ ਹੁਣ ਸਨਮੁਖ ਰੱਖ ਕੇ ਜਿਹੜਾ ਆ ਕੁਛ ਕਹਿਣਾ ਹੈ ਜਾਂ ਕਹਾਉਣਾ, ਇਹ ਤਾਂ ਵਿੱਚ ਅੱਖਾਂ ਮਾਰਨੀਆਂ ਹਨ। ਠੀਕ ਹੈ ਵੀ ਉਹ ਸੰਤ ਰੇਣ ਮਹਾਨ ਤਪੱਛੀ ਸੀ, ਮਹਾਨ ਘਾਲਣਾ ਵਾਲਾ ਸੀ, ਸੰਤੋਖੀ ਸੀ, ਗੁਣਾ ਵਾਲਾ ਸੀ। ਉਹ ਜੋ ਮਰਜ਼ੀ ਉਹਨੂੰ ਸਤਿਕਾਰ ਦੇ ਲਫ਼ਜ਼ ਕਹਿ ਕੇ ਅਸੀਂ ਮਹਾਨ ਕਹਿ ਦਈਏ, ਪਰ ਜਿਹੜਾ ਗੁਰੂ ਨਾਨਕ ਦੇ ਨੂੰ ਉਪਦੇਸ਼ ਦੇਣ ਵਾਲਾ ਨੂੰ ਗੁਰੂ ਆਖਣਾ ਹੈ,
ਇਹ ਤਾਂ ਆਪਣੇ ਸਿਰ ਤੇ ਬਹੁਤ ਵੱਡਾ ਬੱਜਰ ਪਾਪ ਹੀ ਚੜਾਉਣਾ ਹੈ, ਪਾਪ ਹੀ ਕਰਨਾ ਹੈ। ਸੋ ਇਸ ਕਰਕੇ ਕਈ ਜਿਹੜੇ ਲੋਕ ਇਹੋ ਜਿਹੀ ਕਥਾ ਵਾਰਤਾ ਸੁਣ ਕੇ ਉਹ ਫਿਰ ਅੱਗੇ ਵੀ ਇਹੋ ਜਿਹੀ ਬਕਵਾਸ ਕਰਦੇ ਵੀ ਗੁਰੂ ਨਾਨਕ ਦਾ ਗੁਰੂ ਸੰਤ ਰਹਿਣ ਸੀ, ਜਿਹਨੂੰ ਮਹਾਰਾਜ ਨੇ 20 ਰੁਪਈਆਂ ਦੀ ਰਸ ਪਾਣੀ ਲਿਆ ਕੇ ਭੋਜਨ ਛਕਾਇਆ ਸੀ, ਵੀ ਛਕਾਉਣ ਵਾਲਾ ਮਹਾਨ ਹੁੰਦਾ ਕਿ ਛਕਣ ਵਾਲਾ। ਜਿਹੜਾ ਕੋਈ ਘਰੋਂ ਦਾਨ ਕਰਦਾ ਉਹ ਦਾਨੀ ਵੱਡਾ ਹੁੰਦਾ, ਜਿਹੜੇ ਦਾਨ ਲੈਣ ਵਾਲੇ ਵੱਡੇ ਹੁੰਦੇ। ਜਿਨ੍ਹਾਂ ਨੂੰ ਜਾ ਕੇ 20 ਰੁਪਈਏ ਦਾ ਛਕਾਇਆ ਭੋਜਨ ਉਹ ਵੱਡੇ ਆ ਕਿ ਜਿਹਨਾਂ ਨੇ ਛਕਿਆ ਉਹ ਵੱਡੇ ਆ। ਇਹ ਤਾਂ ਆਪੇ ਤੁਸੀਂ ਅਨੁਮਾਨ ਲਓ। ਸੋ ਇਸ ਕਰਕੇ ਜਿਹੜਾ ਕੋਈ ਐਸਾ ਕਹਿਣਾ ਕਹਾਉਣਾ, ਕਈ ਵਾਰੀ ਅਸੀਂ ਸੁਣਾ ਕੇ ਭੁਲੇਖਿਆ ਵਿੱਚ ਪੈਂਦੇ। ਇੱਥੇ ਇਤਿਹਾਸ ਵਿੱਚ ਇਹ ਸਪਸ਼ਟ ਲਿਖਿਆ ਪਿਆ ਵੀ ਉਹ ਕਹਿੰਦੇ ਇਹ ਤਾਂ ਕਰਤਾਰ ਨੇ ਆ ਕੇ ਸਾਡੀ ਇਸ ਰੂਪ ਦੇ ਵਿੱਚ ਖਬਰਸਾਰ ਲਈ ਹੈ ਵੀ ਯਥਾਰ ਸੀ ਉਹਨਾਂ ਦੇ ਲਫ਼ਜ਼। ਗੁਰੂ ਨਾਨਕ ਦੇ ਗੋਬਿੰਦ ਰੂਪ ਹੀ ਸੀ ਆਪ ਨਰੈਣ ਕਲਾ ਧਰ ਜਗ ਮੈਂ ਪਰਪਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਭੱਟਾ ਨੇ ਸਪਸ਼ਟ ਕਿਹਾ ਹੈ। ਇਸ ਕਹਿੰਦੇ ਇਹ ਤਾਂ ਸਭ ਦਿਨ ਦੇ ਅਸੀਂ ਭੁੱਖੇ ਬੈਠੇ ਸੀ, ਤਾਂ ਪਰਮੇਸ਼ਰ ਨੇ ਸਾਡੀ ਆ ਕੇ ਖਬਰਸਾਰ ਲਈ। ਇਸ ਰੂਪ ਵਿੱਚ ਅੱਜ ਅਸੀਂ ਛਕਾ ਕੇ ਤਿਰਪਤ ਹੋ ਗਏ ਹਾਂ। ਇਤ ਸ੍ਰੀ ਨਾਨਕਪੁਰ ਦੇਸ਼ ਗਵਨੋ। ਇਹ ਦਰ ਗੁਰੂ ਨਾਨਕ ਸਾਹਿਬ ਜੀ ਜੋ ਰਾਏ ਭੋਏ ਦੀ ਤਲਵੰਡੀ ਨਗਰ ਉਸ ਦੀ ਤਰਫ ਨੂੰ ਚੱਲੇ। ਅਰਧ ਪੰਥ ਪਹੁੰਚੇ ਗੁਣ ਭਵਨੋ। ਗੁਣਾਂ ਦੇ ਘਰ ਜਦੋਂ ਰਸਤਾ ਚਲਦੇ ਚਲਦੇ ਅੱਧਾ ਕੁ ਪੁੱਜੇ, ਅੱਧਾ ਕੁ ਰਸਤਾ ਤੈਅ ਕੀਤਾ ਹੈ। ਸੋਚ ਵਿਮੋਚਨ ਸੋਚਣ ਲਾਗੇ। ਭਾਈ ਬਾਲਾ ਜੀ ਕਹਿੰਦੇ ਜਿਹੜੇ ਸਾਰੀਆਂ ਸੋਚਾਂ ਫਿਕਰਾਂ ਚਿੰਤਾ ਨੂੰ ਕੱਟਣ ਵਾਲੇ ਆ, ਜੋ ਆਪ ਕਹਿੰਦੇ ਸੋਚਣ ਲੱਗ ਪਏ ਹਨ। ਹਟਕਤ ਚਿਤ ਪਗ ਪਰ ਹੈ ਨ ਆਗੇ। ਪੈਰ ਜਾ ਗਾਂ ਨੂੰ ਕਹਿੰਦੇ ਰੱਖਦੇ, ਉਹ ਪਿੱਛੇ ਨੂੰ ਕਹਿੰਦੇ ਮੁੜਦਾ ਹੈ। ਇਸ ਤਰ੍ਹਾਂ ਚਿੱਤ ਵਿੱਚ ਕਹਿੰਦੇ ਕੋਈ ਹਟਕਰ ਜੀ ਖਰਬਰਾਹਟ ਜੀ ਪਈ ਹੈ, ਘਬਰਾਇਆ ਜਾ ਚਿੱਤ। ਚਿੰਤਾ ਤੁਰ ਸੇ ਹੋਇ ਗੁਣ ਖਾਨੇ। ਗੁਣਾਂ ਦੇ ਖਾਨ ਸਤਿਗੁਰੂ ਚਿੰਤਾ ਨਾਲ ਵਿਆਕਲ ਜੇ ਹੋ ਗਏ। ਬੋਲੇ ਮੁਝ ਸੋ ਅਸ ਵਿਦ ਬਾਨੇ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਸ਼ੋਕ ਵਿਆਕਲ ਜੇ ਹੋ ਕੇ ਮੇਰੇ ਸਾਧ ਬਚਨ ਬੋਲੇ। ਇਹ ਕੀਨੋ ਕਿਆ ਹਮ ਨ ਕੰਮ। ਭਾਈ ਬਾਲਾ ਵੀ ਆਪਾਂ ਕੀ ਕੰਮ ਜਾ ਕਰ ਲਿਆ। ਉਤਰ ਖੋਦ ਹੈ ਚੱਲ ਧਾਮਾ। ਆਪਾਂ ਘਰੇ ਜਾਣਾ ਹੈ, ਪਿਤਾ ਪੁੱਛੂਗਾ ਵੀ ਕਿੱਥੇ ਰੁਪਈਏ, ਤੇ ਆਪਾਂ ਕੀ ਜਵਾਬ ਦੇਵਾਂਗੇ। ਪਿਤ ਕੋ ਅਧਿਕ ਕ੍ਰੋਧ ਉਪਜੈ ਹੈ। ਦੇਖ ਲਾ ਭਾਈ ਬਾਲਾ ਜੀ, ਜਦੋਂ ਪਿਤਾ ਨੂੰ ਲੱਗਿਆ ਨਾ ਪਤਾ ਵੀ 20 ਰੁਪਈਏ ਸਾਧੂਆਂ ਨੂੰ ਖਵਾਏ, ਉਹਨੂੰ ਤਾਂ ਬੜਾ ਗੁੱਸਾ ਪੈਦਾ ਹੋ ਜਾਊਗਾ। ਮੁਝ ਤੁਝ ਸੋ ਦੇ ਗਾਰ ਲੜੈ ਹੈ। ਮੈਨੂੰ ਤਾਂ ਗਾਲਾਂ ਉਹਨੇ ਦੇਣੀਆਂ, ਲੜਨਾ ਤੇਰੇ ਨਾਲ ਵੀ, ਦਲਾਂ ਦੇ ਉੱਤੇ ਨੂੰ ਵੀ ਲੜੂਗਾ। ਮੈਂ ਭਾਖਿਓ ਕਛ ਦੋਸ਼ ਨ ਮੇਰੋ। ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਤਾ, ਗੁਰੂ ਅੰਗਦ ਸਾਹਿਬ ਜੀ ਮਾਰਾ ਤਾਂ ਕੋਈ ਦੋਸ਼ ਹੀ ਹੈ ਨਹੀਂ ਹੈ। ਤੁਮ ਕੋ ਵਰਜ ਰਹਿਓ ਬਹੁ ਤੇਰੋ। ਜਦੋਂ 20 ਰੁਪਏ ਉਹਨਾਂ ਨੂੰ ਦੇਣ ਨੂੰ ਤਿਆਰ ਹੋ ਗਏ ਸੀ, ਅੱਗੇ ਰੱਖਦੇ ਸੀ, ਮੈਂ ਤਾਂ ਤੁਹਾਨੂੰ ਰੋਕ ਰਿਹਾ ਸੀ ਵੀ ਇਹਨਾਂ ਸਾਧਾਂ ਨੂੰ ਨਾ ਦਿਓ ਰੁਪਈਏ। ਆਪ ਜਾਣ ਕੈ ਕੀਨ ਕੁਕਾਜੂ। ਇਹ ਤਾਂ ਮਾਰਾ ਤੁਸੀਂ ਜਾਣ ਬੁੱਝ ਕੇ ਆਪ ਹੀ ਮਾੜਾ ਕੀਤਾ, ਸਾਧਾਂ ਨੂੰ ਖਵਾਇਆ ਹੋ। ਚਿਤ ਕਿਉ ਚਿੰਤ ਧਰੀ ਤੁਮ ਆਜੂ। ਮਹਾਰਾਜ ਤੁਹਾਨੂੰ ਬਾਅਦ ਵਿੱਚ ਚੇਤੇ ਆਇਆ, ਹੁਣ ਕਿਉਂ ਚਿੰਤਾ ਚਿੱਤ ਵਿੱਚ ਚਿੰਤਾ ਜੀ ਧਾਰੀ ਹੈ ਵੀ ਇਹ ਕੀ ਕਰਿਆ ਅਸੀਂ। ਅਬ ਜਿਮ ਹੋਏ ਸਹੋ ਸੋ ਰੀਤੀ। ਇਸ ਕਰਕੇ ਮਹਾਰਾਜ ਹੁਣ ਜਿਵੇਂ ਘਰੇ ਜਾ ਕੇ ਜਿਹੜੀ ਰੀਤੀ ਹੋਊਗੀ ਉਹ ਖੜੇ ਮੱਥੇ ਸਹਾਰੋ, ਜਿਵੇਂ ਪਿਓ ਬੋਲੇਗਾ ਉਹਨੂੰ ਬੋਲੀ ਜਾਣ ਦਿਓ। ਸੂਦੀ ਹੋਏ ਅਥਵਾ ਵਿਪਰੀਤੀ। ਭਾਵੇਂ ਘਰੇ ਜਾ ਕੇ ਸਿੱਧੀ ਗੱਲ ਹੋਵੇ, ਚੰਗੀ ਹੋਵੇ, ਭਾਵੇਂ ਪੁੱਠੀ ਹੋਵੇ, ਗਾਲਾਂ ਮਿਲਣ, ਲੜਾਈ ਹੋਵੇ। ਮੁਝ ਕੋ ਚਿੰਤਨ ਏਕ ਵਿਆਪੇ। ਗੁਰੂ ਨਾਨਕ ਸਾਹਿਬ ਜੀ ਮੈਨੂੰ ਤਾਂ ਭੋਰਾ ਮਾਤਰ ਵੀ ਕੋਈ ਚਿੰਤਾ ਨਹੀਂ ਚਿੰਬੜਦੀ ਹੈ। ਧਨ ਤੁਮਰਾ ਖਰਚੋ ਤੁਮ ਆਪੇ। ਤੁਹਾਡੇ ਘਰ ਦਾ ਧਨ ਸੀ, 20 ਰੁਪਏ ਤੁਹਾਡੇ ਪਿਓ ਨੇ ਮੈਨੂੰ ਦੇ ਦਿੱਤੇ, ਮੈਂ ਤੁਹਾਨੂੰ ਫੜਾ ਤੇ ਤੁਸੀਂ ਖਰਚ ਤੇ। ਬਹੁਰ ਨ ਮੈਂ ਤੁਮ ਤੇ ਕੁਛ ਸਿਆਣਾ। ਬਾਕੀ ਹੈ ਗੁਰੂ ਨਾਨਕ ਸਾਹਿਬ ਜੀ ਉਮਰ ਕਰਕੇ ਮੈਂ ਤੁਹਾਡੇ ਤੋਂ 3 ਸਾਲ ਜ਼ਰੂਰ ਵੱਡਾ, ਉਂਝ
ਤੁਹਾਥੋਂ ਸਿਆਣਾ ਮੈਂ ਹੈ ਨਹੀਂ ਹਾਂ। ਸਭ ਜਾਣਹਿਗੇ ਬੈਸ ਸਮਾਨਾ। ਕਿਉਂਕਿ ਸਾਰੇ ਜਾਣਨਗੇ ਪਿੰਡੇ ਲੋਕ ਕੋਈ ਬਾਲੇ ਦੀ ਜਿਹੜੀ ਉਮਰ ਹੈ ਉਹ ਤਾਂ ਗੁਰੂ ਨਾਨਕ ਦੇ ਬਰਾਬਰ ਦੀ ਹੈ, ਮੈਂ ਥੋੜਾ ਜਿਹਾ ਹੀ ਵੱਡਾ ਹੈ। ਪੁਨ ਮੈਂ ਹਾਂ ਆਇਸ ਅਨਸਾਰੀ। ਬਾਕੀ ਗੱਲ ਇਹ ਵੀ ਹੈ ਵੀ ਮੈਂ ਤਾਂ ਤੁਹਾਡੀ ਆਗਿਆ ਦੇ ਵਿੱਚ ਚੱਲਣਾ ਹੈ, ਅਨੁਸਾਰ ਰਹਿਣਾ ਹੈ। ਤਬ ਪਿਤ ਭੇਜਿਓ ਦਾਸ ਵਿਚਾਰੀ। ਤੁਹਾਡੇ ਪਿਤਾ ਨੇ ਮੈਨੂੰ ਕੋਈ ਵੱਡਾ ਉਮਰ ਵਾਲਾ ਜਾਣ ਕੇ ਸਿਆਣਾ ਜਾਣ ਕੇ ਥੋੜੋ ਭੇਜਿਆ ਵੀ ਚਲੋ ਇਹ ਵੀ ਗੁਰੂ ਨਾਨਕ ਦੇ ਨਾਲ ਮੈਂ ਆਪਣਾ ਕੋਈ ਦਾਸ ਭੇਜ ਦੇਵਾਂ, ਸੇਵਕ ਭੇਜਦਾ। ਮੈਨੂੰ ਤਾਂ ਤੁਹਾਡਾ ਦਾਸ ਸਮਝ ਕੇ ਨਾਲ ਭੇਜਿਆ, ਸੇਵਕ ਜਾਣ ਕੇ ਭੇਜਿਆ ਹੈ। ਜਾਂ ਤੇ ਦੋਸ਼ ਨ ਮਮ ਪਰ ਠਾਨੈ। ਇਸ ਕਰਕੇ ਤੁਹਾਡੇ ਪਿਓ ਨੇ ਵੀ ਇਹ ਤਾਂ ਨਾਲ ਦਾਸ ਭੇਜਿਆ ਸੀ, ਮੇਰੇ ਉੱਪਰ ਉਹਨੇ ਕੋਈ ਦੋਸ਼ ਨਹੀਂ ਦੇਣਾ। ਕਰਮ ਸ਼ੁਭਾ ਸਭ ਤੁਮਰੋ ਜਾਣੈ। ਜਿਹੜਾ ਕੋਈ ਕੰਮ ਤੁਸੀਂ ਕੀਤਾ ਹੈ, ਚੰਗਾ ਕੀਤਾ ਹੈ, ਮਾੜਾ ਕੀਤਾ ਹੈ, ਉਹ ਤੁਹਾਡਾ ਹੀ ਜਾਣੇਗਾ ਵੀ ਚੰਗਾ ਕਰਕੇ ਆਏ ਕਿ ਮਾੜਾ ਕਰਕੇ ਆਏ। ਘਟੀ ਗਿਨਤ ਬੋਲਤ ਬਚ ਦੋ। ਭਾਈ ਬਾਲਾ ਜੀ ਦੇ ਨਾਲ ਬਚਨ ਬੋਲ ਲਏ, ਇਧਰ ਮਹਾਰਾਜ ਵੀ ਬੋਲ ਰਹੇ ਵੀ ਹੁਣ ਕੀ ਕਰੀਏ, ਗਿੱਟੀਆਂ ਜੀਆਂ ਗਿਣਦੇ ਹਨ। ਨੀਰਾਨੀ ਤਲਵੰਡੀ ਸੋ। ਇਹਨੇ ਨੂੰ ਰਾਏ ਭੋਏ ਦੀ ਜਿਹੜੀ ਤਲਵੰਡੀ ਨਗਰ ਹੈ ਉਹ ਨੇੜੇ ਆ ਗਿਆ ਹੈ। ਹਉ ਤੋ ਚੱਲ ਆਇਓ ਨਿਜ ਸਦਨਾ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਸਾਹਿਬ ਜੀ ਮੈਂ ਤਾਂ ਸਿੱਧਾ ਆਪਣੇ ਘਰ ਵੱਲ ਨੂੰ ਚਲੇ ਆਇਆ। ਪੁਰ ਨ ਪ੍ਰਵੇਸ਼ੇ ਪੰਕਜ ਬਦਨਾ। ਕਵਲ ਵਰਗੇ ਮੁਖ ਵਾਲੇ ਸਤਿਗੁਰੂ ਕਹਿੰਦੇ ਉਹ ਘਰ ਦੇ ਵਿੱਚ ਨਗਰ ਵਿੱਚ ਪ੍ਰਵੇਸ਼ ਹੀ ਨਹੀਂ ਹੋਏ। ਏਕ ਤਾਲ ਜਲਹੀਨ ਜੋ ਦੂਰੀ। ਇੱਕ ਕਹਿੰਦੇ ਪਿੰਡ ਤੋਂ ਬਾਰ-ਬਾਰ ਦੂਰ ਤੇ ਪਾਣੀ ਤੋਂ ਰਹਿਤ ਤਲਾਅ ਹੈ ਸੀ। ਤਹ ਬੈਸੇ ਬੈਸਕ ਜਿਨ ਰੂਰੀ। ਇਹਨਾਂ ਦੀ ਉਮਰ ਬੜੀ ਸੋਹਣੀ ਹੈ, ਕਿਸ਼ੋਰ ਅਵਸਥਾ, ਉਹ ਤਲਾਅ ਦੇ ਵਿੱਚ ਬੈਠ ਗਏ ਹਨ। ਸੁਨਿਓ ਜਬ ਹੈ ਆਇਓ ਘਰ ਬਾਲਾ। ਜਦੋਂ ਕਾਲੂ ਜੀ ਨੇ ਸੁਣਿਆ ਵੀ ਭਾਈ ਬਾਲਾ ਤਾਂ ਆਪਣੇ ਘਰੇ ਆ ਗਿਆ ਹੈ, ਭਇਓ ਹੌਲ ਕਾਲੂ ਤਤ ਕਾਲਾ। ਉਸੇ ਵੇਲੇ ਕਾਲੂ ਦੇ ਹਿਰਦੇ ਵਿੱਚ ਤਾਂ ਹੌਲ ਪੈ ਗਿਆ, ਘਬਰਾ ਉੱਠਿਆ ਹੈ। ਦਾਸ ਪਠਾਏ ਮੁਝੈ ਬੁਲਵਾਇਆ। ਭਾਈ ਬਾਲਾ ਜੀ ਕਹਿੰਦੇ ਕਾਲੂ ਨੇ ਆਪਣਾ ਨੌਕਰ ਚਾਕਰ ਭੇਜ ਕੇ ਮੈਨੂੰ ਸੱਦ ਬੁਲਾ ਲਿਆ। ਕਰੂਰ ਬਿਲੋਕਤ ਬਚਨ ਹਲਾਇਆ। ਇਸ ਤਰ੍ਹਾਂ ਕਰੜਾ ਜਾਂ ਘੋੜਾ ਜਾਂ ਵੇਖ ਕੇ ਤੇ ਮੈਨੂੰ ਬਚਨ ਕਿਹਾ ਕਾਲੂ ਨੇ। ਕਹਾ ਕਾਰਖਿਕ ਨਾਨਕ ਕਹਿਵਾ। ਜਿਹੜੇ ਵਾਲੇ ਤੈਨੂੰ 20 ਰੁਪਏ ਦਿੱਤੇ ਉਹ ਕਿੱਥੇ ਹੈ? ਗੁਰੂ ਨਾਨਕ ਸਾਹਿਬ ਮੇਰੇ ਸੁਪੁੱਤਰ ਕਿੱਥੇ ਹੈ? ਤਜਿਓ ਸੰਗ ਕਿਉਂ ਪਾਛੇ ਰਹਿਵਾ। ਕਹਿੰਦੇ ਤੂੰ ਉਹਨਾਂ ਦਾ ਸਾਥ ਕਿਵੇਂ ਛੱਡਿਆ ਆ, ਉਹ ਤੇਥੋਂ ਕਿਵੇਂ ਪਿੱਛੇ ਰਹਿ ਗਈ ਬਈ? ਬਣਜਿਓ ਬਣਜ ਕਿਦੋਂ ਤੁਮ ਨਾਹੀ। ਜਿਹੜੇ 20 ਰੁਪਏ ਤੁਹਾਨੂੰ ਮੈਂ ਦਿੱਤੇ ਸੀ ਉਹਦਾ ਕੋਈ ਲਾਭਦਾਈ ਖਰਾ ਸੌਦਾ ਖਰੀਦਿਆ ਕਿ ਨਹੀਂ ਖਰੀਦਿਆ? ਬਿਨਦੀਏ ਸੁਧਗਾ ਨਿਜ ਘਰ ਮਾਹੀ। ਭਾਈ ਬਾਲਾ ਬੜਾ ਨਿਕਲਿਆ ਮਾੜਾ। ਕਹਿੰਦੇ ਬਿਨਾ ਖਬਰ ਦਿੱਤੇ ਤੂੰ ਆਪਣੇ ਸਿੱਧਾ ਹੀ ਘਰੇ ਚਲਿਆ ਗਿਆ, ਚੁੱਪ ਚਪਾਤਾ। ਕਹਿ ਨਗਰੀ ਮਹਿ ਤੇਹ ਕੋ ਛੋਰਾ। ਮੇਰੇ ਸੁਪੁੱਤਰ ਜਿਹੜੇ ਗੁਰੂ ਨਾਨਕ ਸਾਹਿਬ ਉਹਨੂੰ ਕਿਹੜੇ ਨਗਰ ਵਿੱਚ ਤੂੰ ਛੱਡ ਆਇਆ ਕੱਲਾ? ਰੂਠ ਰਹਿਓ ਕਿਉਂ ਤੈ ਨਾ ਬਹੋਰਾ। ਭਲਾ ਵੀ ਇਹ ਕਿਸੇ ਗੱਲੋਂ ਤੇਰੇ ਨਾਲੋਂ ਰੁੱਸ ਗਏ, ਤੂੰ ਮਨਾ ਕੇ ਉਹਨਾਂ ਨੂੰ ਕਿਉਂ ਨਹੀਂ ਮੋੜ ਕੇ ਨਾਲ ਲਿਆਇਆ? ਅਸ ਬਚ ਸੁਣ ਕੇ ਗਿਰਾ ਉਬਾਚੀ। ਭਾਈ ਬਾਲਾ ਜੀ ਕਹਿੰਦੇ ਕਾਲੂ ਜੀ ਤੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੈਂ ਆਪਣੇ ਵੱਲੋਂ ਉਹਨੂੰ ਕਿਹਾ, ਜਸ ਬਿਦ ਬੀਤੀ ਬਤਾਈ ਸਾਚੀ। ਇਹ ਗੁਰੂ ਅੰਗਦ ਸਾਹਿਬ ਜੀ ਜਿਸ ਤਰ੍ਹਾਂ ਗੱਲਬਾਤ ਸਾਰੀ ਬੀਤੀ ਸੀ, ਮੈਂ ਕਾਲੂ ਜੀ ਨੇ ਸੱਚੀ ਸੁੱਚੀ ਸਾਰੀ ਦੱਸਦੀ ਵੀ 20 ਰੁਪਈਆਂ ਦੀ ਰਸ ਪਾਣੀ ਲਿਆ ਕੇ ਮਹਾਰਾਜ ਨੂੰ ਛਕਾਇਆ ਏ। ਇੱਕ ਕਾਨਨ ਮੈਂ ਹੁਤੇ ਫਕੀਰਾ। ਮੈਂ ਤਾਂ ਉਹ ਕਹਿ ਦਿੱਤਾ ਵੀ ਇੱਕ ਜੰਗਲ ਦੇ ਵਿੱਚ ਸਾਧੂ ਸੰਤ ਰਹਿੰਦੇ ਸੀ। ਚੱਲੇ ਜਾਤ ਬੈਸੇ ਤਿੰਨ ਤੀਰਾ। ਮੇਰੇ ਸੁਪੁੱਤਰ ਜਾਂਦੇ ਜਾਂਦੇ ਉਹਨਾਂ ਸਾਧੂਆਂ ਸੰਤਾਂ ਕੋਲ ਜਾ ਬੈਠੇ। ਕੁਛ ਕੋ ਪਰਸ ਪਰ ਬੋਲਨ ਕੀਨਾ। ਇਹ ਕਾਲੂ ਕੁਝ ਕਾਪੋ ਵਿੱਚ ਉਹਨਾਂ ਨੇ ਬੋਲਣਾ ਚੱਲਣਾ ਕੀਤਾ, ਬਚਨ ਬਲਾਸ ਕੀਤੇ। ਭੋਜਨ ਹਿਤ ਤਿੰਨ ਕੋ ਧਨ ਦੀਨਾ। ਫਿਰ ਕਹਿੰਦੇ ਭੋਜਨ ਵਾਸਤੇ ਉਹਨਾਂ ਨੂੰ ਸਾਰਾ ਰੁਪਈਆ ਉਹਨਾਂ ਨੇ ਦੇ ਦਿੱਤਾ। ਕਹਿਣ ਲੱਗੇ ਪਿਤ ਆਇਸ ਜੈਸੀ। ਮੈਨੂੰ ਕਹਿਣ ਲੱਗੇ ਵੀ ਜਿਸ ਤਰ੍ਹਾਂ ਸਾਡੇ ਪਿਤਾ ਦੀ ਆਗਿਆ ਹੈ ਸੀ। ਭਲੇ ਬਨਜ ਕੀ ਕੀਨੀ ਤੈਸੀ। ਉਹਨੇ ਕਿਹਾ ਸੀ ਵੀ ਖਰਾ ਸੌਦਾ ਖਰੀਦਣਾ ਹੈ ਤੇ ਆਪਾਂ ਖਰਾ ਸੌਦਾ ਹੀ ਖਰੀਦ ਲੈਨੇ, ਕਰ ਲੈਨੇ, ਉਹ ਕਰ ਲਿਆ ਹੈ। ਦੇ ਘਰ ਦਰਬ ਕਰਨ ਮੁਰ ਆਏ। ਇਸ ਤਰ੍ਹਾਂ ਵੀ ਕਾਲੂ ਜਿਹੜਾ 20 ਰੁਪਈਆਂ ਦਾ
ਉਹ ਸੌਦਾ ਪੱਤਾ ਜਾਂ ਖਰੀਦ ਕੇ ਤੇ ਉਹਨਾਂ ਨੂੰ ਦੇ ਕੇ ਘਰ ਨੂੰ ਮੁੜਿਆ ਏ ਅਸੀਂ। ਨਗਰ ਵਹਿਰ ਬੈਸੇ ਕਿਸ ਥਾਏ, ਤੇਰੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨਗਰ ਤੋਂ ਬਾਹਰ ਕਿਸੇ ਅਸਥਾਨ ਤੇ ਬੈਠੇ ਹੋਣਗੇ, ਉਹ ਤੂੰ ਆਪੇ ਲੱਭ ਲਾ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ, ਮੈਨੂੰ ਤਾਂ ਇਉਂ ਲੱਗਦਾ ਹੈ ਵੀ ਪਿਓ ਗੁੱਸੇ ਕਰੂਗਾ, ਕ੍ਰੋਧ ਕਰੂਗਾ, ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਡਰ ਜਾ ਧਾਰ ਕੇ ਸਦਨ ਨ ਆਏ ਇਹ ਵਿਚਾਰ ਕੇ। ਇਸ ਤਰ੍ਹਾਂ ਦੀ ਗੱਲ ਸੋਚ ਵਿਚਾਰ ਕਰਕੇ ਉਹ ਕਹਿੰਦੇ ਘਰ ਵਿੱਚ ਨਹੀਂ ਚੱਲ ਕੇ ਆਏ। ਅਸ ਸੁਨ ਕਾਲੂ ਕ੍ਰੋਧ ਨ ਥੋਰਾ, ਭਾਈ ਬਾਲਾ ਜੀ ਤੋਂ ਇਹੋ ਜਿਹੇ ਬਚਨ ਸੁਣ ਕੇ ਫਿਰ ਥੋੜਾ ਗੁੱਸਾ ਨਹੀਂ ਹੋਰ ਜ਼ਿਆਦਾ ਚੜ ਗਿਆ। ਪਰਸਤ ਕ੍ਰਿਤ ਜੋ ਪਾਵਕ ਜੋਰਾ, ਇਹ ਕਹਿੰਦੇ ਕਿਉਂ ਹੋ ਜਾਏ ਤੇ ਅਗਦਾ ਹੋਰ ਜਲ ਮੇਰਾ ਹੋਰ ਭੰਬਣ ਨਿਕਲਦਾ, ਹੋਰ ਗੁੱਸੇ ਵਿੱਚ ਹੀ ਆਇਆ ਹੈ। ਕਹੈ ਕਿ ਮੁਝਕੋ ਦੇਹੋ ਬਤਾਈ, ਭਾਈ ਬਾਲਾ ਜੀ ਕਹਿੰਦੇ ਮੈਨੂੰ ਫਿਰ ਕਾਲੂ ਕਹਿਣ ਲੱਗਿਆ ਮੈਨੂੰ ਇੱਕ ਵਾਰੀ ਜਾ ਕੇ ਦੱਸ ਤੂੰ, ਚਲੋ ਸੰਗ ਬੈਸਿਓ ਜਿਹ ਥਾਈ, ਇਸ ਥਾਂ ਤੇ ਗੁਰੂ ਨਾਨਕ ਸੁਪੁੱਤਰ ਬੈਠਾ ਤੂੰ ਵੀ ਬਾਲੇ ਮੇਰੇ ਨਾਲ ਚੱਲ। ਮੁਖ ਤੇ ਬੋਲਤ ਗੇਰਾ ਕਠੋਰਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਹਉ ਕਹਿ ਕੇ ਫਿਰ ਮੁੱਖੋਂ ਕਹਿੰਦੇ ਕਰੜੇ ਲਫ਼ਜ਼ ਬੋਲਣ ਲੱਗਿਆ। ਲੈ ਮੁਝ ਸੰਗ ਚੱਲਿਓ ਤਿੰਨ ਓਰਾ, ਮੈਨੂੰ ਨਾਲ ਲੈ ਲਿਆ, ਗੁਰੂ ਨਾਨਕ ਸਾਹਿਬ ਜੀ ਤਰਫ ਨੂੰ ਚਲਿਆ ਗਿਆ। ਸੁਨੀ ਮਾਤ ਸਭ ਧਨ ਕੀ ਗਾਥਾ, ਇਧਰ ਮਾਤਾ ਤ੍ਰਿਪਤਾ ਨੇ ਧਨ ਦੀ ਸਾਰੀ ਗੱਲਬਾਤ ਸੁਣੀ ਘਰ ਵਿੱਚ। ਖੋਜਨ ਗਾ ਕਾਲੂ ਰਿਸ ਸਾਥਾ, ਇਹ ਵੀ ਪਤਾ ਚੱਲਿਆ ਵੀ ਗੁੱਸੇ ਨਾਲ ਮੇਰਾ ਪਤੀ ਹੁਣ ਆਪਣੇ ਸੁਪੁੱਤਰ ਨੂੰ ਲੱਭਣ ਗਿਆ, ਢੂੰਡਣ ਗਿਆ। ਤੁਰਤ ਤਬ ਹੈ ਤਨੀਆ ਕੋ ਭੇਜਾ, ਉਸ ਵੇਲੇ ਮਾਤਾ ਤ੍ਰਿਪਤਾ ਨੇ ਝਟਪਟ ਆਪਣੀ ਸੁਪੁੱਤਰੀ ਨਾਨਕੀ ਨੂੰ ਭੇਜਿਆ। ਪਿਤ ਰਿਸ ਤੇ ਉਠ ਧਰਕ ਕਰੇਜਾ, ਇਹ ਤੇਰਾ ਪਿਤਾ ਬਹੁਤ ਗੁੱਸੇ ਹੋ ਗਿਆ ਹੈ ਤੇ ਮੇਰਾ ਤਾਂ ਕਲੇਜਾ ਧੜਕਦਾ ਕੰਮਦਾ ਵੀ ਪਤਾ ਨਹੀਂ ਉਹ ਕਰੂਗਾ ਕੀ। ਪਹਰੋ ਦਾਸੀ ਦਾਸ ਪਠਾਏ, ਉਸ ਪੁੱਤਰੀ ਨੂੰ ਭੇਜ ਕੇ ਮਗਰੀ ਹੋਰ ਦਾਸੀਆਂ ਭੇਜਦੀਆਂ ਵੀ ਤੁਸੀਂ ਵੀ ਖਬਰ ਲਓ, ਬਚਾਓ ਉਹਨਾਂ ਨੂੰ। ਹਿਤ ਬਿਲੋਕ ਨੇ ਲੋਕ ਸਿਧਾਏ, ਇਸ ਤਰ੍ਹਾਂ ਜਿੰਨਾ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਚੱਲਿਆ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਕਰੂ, ਉਹ ਵੇਖਣ ਵਾਸਤੇ ਪਿੰਡ ਦੇ ਲੋਕ ਵੀ ਮਗਰ ਚੱਲ ਪਏ। ਬਹਿਰ ਜਾਏ ਪਿਖ ਜਲ ਬਿਨ ਤਾਲਾ, ਬਾਹਰ ਜਾ ਕੇ ਕੀ ਵਿਖਿਆ, ਪਾਣੀ ਤੋਂ ਬਗੈਰ ਇੱਕ ਤਲਾਅ ਹੈ ਜਿੱਥੇ ਅੱਜ ਕੱਲ੍ਹ ਤੰਬੂ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ। ਇੱਥੇ ਮਹਾਰਾਜ ਬੈਠੇ ਸਨ, ਆਪਾਂ ਵੀ ਇੱਥੇ ਆਸਣ ਲਾਏ ਸੀ ਹੁਣ ਜਦੋਂ ਗਏ ਸੀ। ਹਾਂਜੀ, ਵੈਸੇ ਨੀਮ ਸਥਾਨ ਕਿਰਪਾਲਾ, ਨੀਵੇਂ ਜਿਹੇ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਉਹ ਬਣਦੇ ਹੁਣ ਵੀ ਉਸੇ ਤਰ੍ਹਾਂ ਹੈ ਸਵਾਏ ਮਾਨ। ਤਵ ਲੋਕਿਓ ਕਾਲੂ ਜਿਹ ਕਾਲਾ, ਜਿਸ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਕਾਲੂ ਜੀ ਨੇ, ਬੋਲਤ ਬਹਾਦੁਰ ਬਚਨ ਵਿਸਾਲਾ, ਬਾੜੇ ਤੋਂ ਬਾੜੇ ਜਿਹੜੇ ਖੋਟੇ ਬਚਨ ਜਿਵੇਂ ਪਿਓ ਬੋਲਦਾ ਹੁੰਦਾ ਉਹ ਬੋਲਿਆ ਗਿਆਨੀ। ਗਹਿ ਕਰ ਬੂਝਤ ਰਿਸ ਕਰ ਭਾਰੀ, ਹਾਂ ਫੜ ਕੇ ਨਾ ਬਾਂਹ ਤੋਂ ਤੇ ਗੁੱਸਾ ਜਾ ਕਰਕੇ ਪੁੱਛਣ ਲੱਗ ਪਿਆ ਸਤਿਗੁਰੂ ਨੂੰ, ਕਹਾਂ ਕਾਰਖਿਕ ਸਦਨ ਉਜਾਰੀ, ਉਹ ਘਰ ਨੂੰ ਉਜਾੜਨ ਵਾਲਿਆ 20 ਮਹੀਨੇ ਕਿੱਥੇ ਆ। ਕਹਾਂ ਬਨਜ ਜੋ ਤੈ ਕਰ ਲਿਆਇਓ, ਯਾਨੀ ਇਹ ਜਦੋਂ ਕੋਈ ਰੱਬ ਦੀ ਤਰਫ ਚੱਲੇ ਨਾ, ਚੰਗੇ ਪਾਸੇ ਚੱਲੇ। ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਕਲਯੁਗ ਦੇ ਅਗਿਆਨੀ ਬਾਪੂ ਇਉਂ ਕਰਦੇ ਹੁੰਦੇ, ਪੁੱਠਾ ਸਿੱਧਾ ਤੁਸੀਂ ਪਰਵਾਹ ਨਹੀਂ ਕਰਨੀ, ਤੁਸੀਂ ਆਹ ਸਿੱਧਾ ਆਪਣਾ ਚਲੀ ਜਾਣਾ, ਇਹਨਾਂ ਨੇ ਇਉਂ ਕਰਨਾ ਅਗਿਆਨੀਆਂ ਨੇ। ਇਹ ਸਾਨੂੰ ਯਾਨੀ ਜਿਹੜੇ ਇੱਧਰ ਚੱਲਣ ਵਾਲੇ ਉਹਨਾਂ ਨੂੰ ਇਹ ਸਾਖੀ ਮਾਰਨ ਦਿਖਾਈ ਹੈ। ਇਸ ਕਰਕੇ ਉਹ ਬੋਲਿਆ ਵੀ ਘਰ ਨੂੰ ਜਾਣ ਵਾਲੇ ਉਹ 20 ਰੁਪਈਏ ਕਿੱਥੇ ਖਿੱਚੇ ਆਇਆ। ਕਹਾਂ ਬਨਜ ਜੋ ਤੈਂ ਕਰ ਲਿਆਇਓ, ਕਿਹੜਾ ਖਰਾ ਸੌਦਾ ਤੂੰ ਕਹਿੰਦੇ ਖਰੀਦ ਕੇ ਲਿਆਇਆ, ਉਹ ਦੱਸ ਕਿੱਥੇ ਰੱਖਿਆ ਤੈਨੇ। ਘਰ ਜਨਮਿਓ ਮਮ ਨਾਮ ਗਵਾਇਓ, ਕਾਹਦਾ ਮੇਰੇ ਘਰੇ ਤੂੰ ਪੈਦਾ ਹੋਇਆ, ਮੇਰਾ ਤਾਂ ਨਾਮ ਹੀ ਗਵਾਤਾ, ਦੁਨੀਆ ਵਿੱਚ ਹੋਰ ਹੀ ਰੰਗ ਮਸ਼ਹੂਰ ਕਰਤਾ ਹੈ। ਸੁਨ ਕਮ ਲਾਨਨ ਤੂਸ਼ਨ ਠਾਨੀ, ਹਾਂ ਕਵਲ ਵਰਗੇ ਮੁਖ ਵਾਲੇ ਸਤਿਗੁਰੂ ਨੇ ਪਿਓ ਗਿਆ
ਗਿਆਨੀ ਦੇ ਬਚਨ ਸੁਣ ਕੇ ਚੁੱਪੀ ਧਾਰ ਲਈ ਹੈ। ਪਿਤ ਬੁਲਾਏ ਰਹਿ ਬੋਲਤ ਬਾਣੀ। ਪਿਤਾ ਜੀ ਬੁਲਾਉਂਦੇ ਆਪ ਕੋਈ ਬਚਨ ਨਹੀਂ ਬੋਲੇ, ਜਵਾਬ ਹੀ ਨਹੀਂ ਦਿੰਦੇ। ਜਾਂ ਤੇ ਅਧਿਕ ਕ੍ਰੋਧ ਕਰ ਕਾਲੂ। ਹੁਣ ਜਦੋਂ ਮਹਾਰਾਜ ਬੋਲਦੇ ਨਹੀਂ, ਜਵਾਬ ਨਹੀਂ ਦਿੰਦੇ, ਜਿਸ ਕਰਕੇ ਤਾਂ ਪਾਲੂ ਹੋਰ ਜ਼ਿਆਦਾ ਗੁੱਸਾ ਕਰਦਾ ਹੈ। ਕਰੀ ਤਾੜਨ ਤਰਾਸ ਵਿਸਾਲੂ। ਆ ਕਹਿੰਦੇ ਬਹੁਤਾ ਡਰ ਦਿੱਤਾ, ਬਹੁਤੀ ਤਾੜ ਫਾੜ ਕੀਤੀ, ਘੂਰ ਕੱਪ ਜੀ ਕੀਤੀ। ਦਹਨ ਹਾਥ ਤੇ ਬਾਮ ਕਪੂਲਾ। ਇੰਨਾ ਗੁੱਸਾ ਕਿਹੜਿਆ, ਕਹਿੰਦੇ ਦਹਨ ਹਾਥ ਤੇ ਬਾਮ ਕਪੂਲਾ। ਕਹਿੰਦੇ ਸੱਜੇ ਹੱਥ ਦੇ ਨਾਲ ਖੱਬੀ ਗਲ ਦੇ ਉੱਪਰ ਹਨੇ ਤਮਾਚੇ ਬਲ ਸੋਮ ਤੋਲਾ। ਹੈ ਚੰਗੀ ਤਰ੍ਹਾਂ ਹੱਥ ਨੂੰ ਤੋਲ ਕੇ ਕਹਿੰਦੇ ਬਲ ਦੇ ਨਾਲ ਥੱਪੜ ਜਾ ਮਾਰਿਆ ਸੱਜੇ ਗਲ ਦੇ ਖੱਬੇ ਗਲ ਦੇ ਉੱਪਰ। ਬਾਮ ਹਾਥ ਤੇ ਦਹਨ ਗੰਡ ਸਥਲ। ਖੱਬੇ ਹੱਥ ਦੇ ਨਾਲ ਜਿਹੜਾ ਕਹਿੰਦੇ ਗੰਡ ਸਾਲ ਹੈ, ਜਾਨੀ ਪੁੜਪੁੜੀ ਵਾਲਾ ਅਸਥਾਨ ਜਾ ਹੈ। ਹਨੇ ਚਪੇਟਨ ਰਿਸ ਕਰ ਨਿਜ ਬਲ। ਆਪਣਾ ਕਹਿੰਦੇ ਗੁੱਸਾ ਕਰਕੇ ਪੂਰਾ ਬਲ ਲਾ ਕੇ ਦੂਜੇ ਪਾਸੇ ਵੀ ਥੱਪੜ ਮਾਰ ਦਿੱਤਾ ਹੈ। ਸ੍ਰੀ ਨਾਨਕ ਕੋ ਨੈਣਨ ਨੀਰਾ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰਾਂ ਵਿੱਚੋਂ ਜਿਹੜਾ ਜਲ ਹੈ, ਨਿਕਸ ਚੱਲਿਓ ਜਾਂ ਮਾਨੀ ਪੀਰਾ। ਇੱਕ ਬਹੁਤ ਪੀੜਾ ਮੰਨੀ ਹੋਇਆ ਨੇਤਰਾਂ ਵਿੱਚੋਂ ਜਲ ਜਾ ਨਿਕਲ ਤੁਰਿਆ ਹੈ। ਮਨ ਹੋ ਮੀਨ ਦੋ ਪੀ ਕਰ ਪਾਣੀ। ਮਾਨੋ ਕਹਿੰਦੇ ਜਿਹੜੇ ਕੋਈ ਦੋ ਮੱਛ ਹੈ ਉਹ ਪਾਣੀ ਜਾ ਪੀ ਕੇ ਬਮਨਤ ਸੋਆਸ ਪਹਿਰੀ ਜਾਨੀ। ਜਿਵੇਂ ਕਹਿੰਦੇ ਉਹ ਆਪਣੇ ਮੂੰਹ ਚੋਂ ਪਾਣੀ ਉਗਲਸ਼ ਰਹੇ ਹੋਣ, ਕੱਢ ਰਹੇ ਹਨ, ਇਸ ਤਰ੍ਹਾਂ ਮਾਰੇ ਉਹ ਪਾਣੀ ਨੇਤਰਾਂ ਵਿੱਚੋਂ ਕੱਢ ਰਹੇ ਆ ਮੰਨੇ। ਭਰੇ ਕਮਲ ਦਲ ਜਲ ਜਿਉ ਸੋਭਾ। ਇਸ ਤਰ੍ਹਾਂ ਜਿਹੜੇ ਨੇਤਰ ਹੈ ਕਮਲੋਂ ਨੂੰ ਭਰੇ ਪਾਣੀ ਨਾਲ ਇਉਂ ਸੋਭਦੇ ਆ। ਬੁੰਦਨ ਪਰ ਮੁਕਤਾ ਸ਼ਬ ਲੋਭਾ। ਪਾਣੀ ਦੀਆਂ ਬੂੰਦਾਂ ਆ ਸੋਭਦੀਆਂ ਹਨ, ਜਿਸ ਤਰ੍ਹਾਂ ਕਹਿੰਦੇ ਕੋਈ ਜਿਹੜੇ ਮੋਤੀ ਉਹਨਾਂ ਦੀ ਜਿਹੜੀ ਛਵੀ ਆ ਲਵਾਏ ਮਾਨ ਹੋ ਰਹੀ ਹੋਵੇ। ਸੋਹਤ ਪਰ ਗਏ ਨੀਲ ਕਪੋਲਾ। ਦੋ ਥੱਪੜ ਮਾਰਨੇ ਕਰਕੇ ਦੋਵੇਂ ਗੱਲਾਂ ਉੱਪਰ ਨੀਰਜੇ ਪੈ ਗਏ ਆਪ ਜੀ ਦੇ। ਜਿਉ ਉਤਪਲ ਪਰ ਅਨਲ ਅਡੋਲਾ। ਕਿਉਂ ਨੀਲ ਜੇ ਪੈ ਦਿਸ ਰਿਹਾ, ਜਿਵੇਂ ਕਹਿੰਦੇ ਕਵਲਾਂ ਦੇ ਉੱਪਰ ਭੋਰੇ ਕਹਿੰਦੇ ਬੈਠ ਗਏ ਹੁਣ ਕਾਲੇ। ਕਿਦੋਂ ਹੁਤੋ ਅਕਲੰਕ ਮਯੰਕਾ। ਅਥਵਾ ਕਹਿੰਦੇ ਕਲੰਕ ਤੋਂ ਰਹਿਤ ਚੰਦਰਮਾ ਹੈ ਸੀ। ਮ੍ਰਿਗਸ਼ਾਲਾ ਤੇ ਭਇਓ ਸੁਅੰਕਾ। ਗੌਤਮ ਰਿਖੀ ਨੇ ਮ੍ਰਿਗਸ਼ਾਲਾ ਜੀ ਮਾਰੀ ਸੀ ਕਲੰਕ, ਉਹਦੇ ਚੰਦਰਮਾ ਦੇ ਮੂੰਹ ਤੇ ਮੱਥੇ ਤੇ ਜਿਵੇਂ ਉਹ ਦਾਗ ਜਾ ਪੈ ਗਿਆ ਸੀ, ਇਸ ਤਰ੍ਹਾਂ ਉਹ ਨੀਲ ਜੇ ਪੈ ਗਏ ਹਨ। ਪਹੁੰਚੀ ਨਿਕਟ ਨਾਨਕੀ ਤੂਰਨ। ਇਹਨੇ ਨੂੰ ਜੋ ਗੁਰੂ ਨਾਨਕ ਸਾਹਿਬ ਦੀ ਭੈਣ ਨਾਨਕੀ ਬੜੀ ਛੇਤੀ ਨੇੜੇ ਆ ਪਹੁੰਚੀ। ਪਿਤ ਕਰ ਕਹਿਓ ਜੋ ਰਿਸਮੈ ਪੂਰਨ। ਪਿਤਾ ਦਾ ਆ ਕੇ ਝਟਪਟ ਹੱਥ ਫੜ ਲਿਆ ਹੈ, ਜੋ ਐਨ ਗੁੱਸੇ ਵਿੱਚ ਭਰਿਆ ਪਰੋਇਆ ਹੈ। ਬਹੁਰ ਬਿਲੋਕਨ ਲੋਕ ਜੇ ਆਏ। ਉਸ ਤੋਂ ਬਾਅਦ ਫਿਰ ਜਿਹੜੇ ਉਹ ਲੋਕ ਵੇਖਣ ਆਏ ਸਨ, ਵਰਜੋ ਬਹੁਤ ਭਾਂਤ ਸਮਝਾਏ। ਲੋਕਾਂ ਨੇ ਵੀ ਕਾਲੂ ਜੀ ਨੂੰ ਬਹੁਤ ਤਰ੍ਹਾਂ ਕਹਿੰਦੇ ਸਮਝਾ ਕੇ ਰੋਕਿਆ ਵੀ ਤੂੰ ਆਉਣਾ ਕਰ। ਸੁਖ ਸਾਗਰ ਕੋ ਲੈ ਨਿਜ ਸੰਗਾ। ਇਸ ਤਰ੍ਹਾਂ ਜਿਹੜੇ ਨਗਰ ਦੇ ਲੋਕ ਹੈ ਸੁਖਾਂ ਦੇ ਸਮੁੰਦਰ ਸਤਿਗੁਰੂ ਨੂੰ ਆਪਣੇ ਨਾਲ ਲੈ ਕੇ। ਨਰ ਪਹੁੰਚਤ ਮੁਖ ਪ੍ਰੇਮ ਉਮੰਗਾ। ਜਿਹੜੇ ਲੋਕ ਹੈ ਮਹਾਰਾਜ ਦਾ ਮੁਖ ਜਾਓ ਜਿਹੜਾ ਉਹਨੂੰ ਸਾਫ਼ ਕਰ ਰਿਹਾ ਬੜੇ ਪ੍ਰੇਮ ਤੇ ਵਿਸ਼ਾਲੇ ਵਿੱਚ ਆ ਕੇ। ਮ੍ਰਿਦਲ ਗਿਰਾ ਕਹਿ ਦੇਤ ਦਿਲਾਸਾ। ਪਰਿਵਾਰਾਂ ਨੂੰ ਅਥਰੂ ਜੇ ਕੇਰਦਿਆਂ ਦੇਖ ਕੇ ਪਿੰਡ ਦੇ ਲੋਕ ਕੋਮਲ ਬਚਨ ਕਹਿ ਕੇ ਦਿਲਾਸਾ ਧੀਰਜ ਦਾ ਦਿੰਦੇ। ਮੰਦ ਮੰਦ ਗਮਨੇ ਪੁਰ ਆਸਾ। ਹੌਲੀ ਹੌਲੀ ਕਹਿੰਦੇ ਨਗਰ ਦੀ ਤਰਫ ਆਪ ਜੀ ਚੱਲੇ ਹਨ। ਮਾਤ ਬਿਲੋਕਤ ਲੋਚਨ ਲਾਈ। ਇਧਰ ਮਾਤਾ ਤ੍ਰਿਪਤਾ ਜੀ ਇਸੇ ਤਰਫ ਨੇਤਰ ਲਾ ਕੇ ਤੱਕ ਰਹੇ ਸੀ। ਪੂਰਨ ਪ੍ਰੇਮ ਵਹਿਰ ਪੁਰ ਆਈ। ਇੰਨਾ ਪੂਰਨ ਪ੍ਰੇਮ ਅੰਦਰ ਕਹਿੰਦੇ ਨਗਰ ਤੋਂ ਬਾਹਰ ਚੱਲ ਕੇ ਆ ਗਏ ਮਾਤਾ ਜੀ। ਸਜਲ ਬਿਲੋਚਨ ਸੁਤ ਹੈ ਬਿਲੋਕੀ। ਜਦੋਂ ਨੇਤਰਾਂ ਵਿੱਚ ਜਲ ਹੈਗਾ
ਆਪਣੇ ਪੁੱਤਰ ਨੂੰ ਵੀ ਇਹ ਤਾਂ ਅਥਰੂ ਘੇਰੜੇ ਹੰਝੂ ਘੇਰਦੇ ਪੁੱਤਰ ਵੱਲੀ ਵੇਖਿਆ ਹੰਝੂ ਘੇਰਦੇ ਆ ਭਈ ਪ੍ਰੇਮ ਕੀ ਉਮਗ ਅਰੋਕੀ ਆ ਪ੍ਰੇਮ ਦੇ ਵਿਸ਼ਾਲੇ ਦੀ ਰੋਕਣ ਤੋਂ ਰਹਿਤ ਫਿਰ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਬਹੁਤ ਹੀ ਕਹਿੰਦੇ ਉਛਾਲਾ ਜਾ ਆਇਆ ਹੈ ਪ੍ਰੇਮ ਦਾ ਕੰਠ ਲਗਾਏ ਨੈਣ ਭਰ ਆਏ ਮਹਾਰਾਜ ਨੂੰ ਗੜ ਨਾਲ ਲਗਾ ਕੇ ਮਾਤਾ ਦਾ ਵੀ ਕਹਿੰਦੇ ਗਲਾ ਜਾ ਤੇ ਨੇਤਰ ਭਰੇ ਆਏ ਹਨ ਅਸ਼ਰੂ ਸੰਗ ਸੁਤ ਅੰਗ ਪਿਗਾਏ ਮਾਤਾ ਨੇ ਆਪਣੇ ਅਥਰੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਨੂੰ ਭਿਉਂ ਦਿੱਤਾ ਹੈ ਆਨ ਸਦਨ ਮਹਿ ਬਦਨ ਨਿਹਾਰੀ ਫਿਰ ਘਰ ਦੇ ਵਿੱਚ ਆ ਕੇ ਆਪਣੇ ਸੁਪੁੱਤਰ ਦਾ ਮੁਖ ਤੱਕ ਕੇ ਪਹੁੰਚਤ ਚਾਰ ਬਿਲੋਚਨ ਬਾਰੀ ਇਸ ਤਰ੍ਹਾਂ ਕਹਿੰਦੇ ਜਿਹੜੇ ਨੇਤਰਾਂ ਦਾ ਪਾਣੀ ਨੂੰ ਸੋਹਣੇ ਨੇਤਰਾਂ ਦੇ ਪਾਣੀ ਨੂੰ ਸਾਫ਼ ਕਰ ਰਿਹਾ ਰੁਮਾਲ ਨਾਲ ਸੁਤ ਨ ਕਰਹੋ ਕਾਰਜ ਅਬ ਕੋ ਫਿਰ ਉਸ ਤੋਂ ਬਾਅਦ ਮਾਤਾ ਜੀ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ ਹੁਣ ਤੁਸੀਂ ਘਰ ਦਾ ਕੰਮ ਧੰਦਾ ਕੋਈ ਵੀ ਨਹੀਂ ਕਰਨਾ ਹੈ ਵਿਚ ਰਹਿ ਪੁਰ ਮਹਿ ਸਵੇਛਾ ਹੋ ਜਿੱਥੇ ਤੁਹਾਡੀ ਆਪਣੀ ਇੱਛਾ ਹੋਵੇ ਉੱਥੇ ਨਗਰ ਵਿੱਚ ਫਿਰੋ ਤੁਰੋ ਕੋਈ ਕਰਨਾ ਨਹੀਂ ਘਰ ਦਾ ਡੱਕਾ ਨਹੀਂ ਤੋੜਨਾ ਹੈ ਜੇ ਨ ਕਰਹੋਗੇ ਕੋ ਵਿਵਹਾਰਾ ਇਸ ਪੁੱਤਰ ਜੇ ਤੁਸੀਂ ਘਰ ਦਾ ਕੰਮ ਤਾਰ ਬਿਲਕੁਲ ਨਹੀਂ ਕਰੋਗੇ ਨਹਿ ਵਿਗੜੈ ਕੁਛ ਹੋਏ ਨ ਰਾਰਾ ਫਿਰ ਕੋਈ ਘਰ ਦਾ ਜਾਂ ਬਾਹਰਲਾ ਕੰਮ ਨਹੀਂ ਵਿਗੜੂਗਾ ਤੁਹਾਡੀ ਪਿਓ ਦੀ ਲੜਾਈ ਨਹੀਂ ਹੋ ਤੁਹਾਡੇ ਨਾਲ ਸਦਨ ਦੀਨ ਸੁਖ ਸਰਬ ਵਿਧਾਤਾ ਉਹ ਫਲ ਪ੍ਰਦਾਤੇ ਵਾਹਿਗੁਰੂ ਨੇ ਸਾਡੇ ਘਰ ਦੇ ਵਿੱਚ ਸਭ ਕੁਝ ਹੀ ਖੁੱਲਾ ਦਿੱਤਾ ਹੋਇਆ ਬੈਠੇ ਸਦਾ ਰਹੋ ਰੰਗ ਰਾਤਾ ਇਸ ਕਰਕੇ ਪ੍ਰੇਮ ਰੰਗ ਵਿੱਚ ਰਤੇ ਹੋਏ ਮੋਹ ਨਾਲ ਜਿੱਥੇ ਜੀ ਕਰਦਾ ਬੈਠੇ ਰਿਹਾ ਕਰੋ ਕੇਤਿਕ ਮਾਨਵ ਦੇਖਨ ਹਾਰੇ ਕਿ ਜਿਹੜੇ ਮਨੁੱਖ ਉਹ ਦੇਖਣ ਵਾਲੇ ਸੀ ਜਦੋਂ ਥੱਪੜ ਜੇ ਮਾਰੇ ਆ ਤੇ ਮਹਾਰਾਜ ਨੂੰ ਅਥਰੂ ਘੇਰਦੇ ਤੱਕਿਆ ਹੈ ਜਸ ਪਦ ਗਏ ਰਾਏ ਕੇ ਦੁਆਰੇ ਉਹ ਕਹਿੰਦੇ ਦੌੜ ਕੇ ਰਾਏਪੁਰ ਜਿੱਥੇ ਬੈਠਾ ਉੱਤੇ ਚਲੇ ਗਏ ਜਹ ਬੈਸਿਓ ਨਿਜ ਸਭਾ ਲਗਾਈ ਜਿੱਥੇ ਰਾਏ ਬੁਲਾਰ ਆਪਣੀ ਸਭਾ ਲਗਾ ਕੇ ਬੈਠਾ ਹੋਇਆ ਸੀ ਤਹਾਂ ਜਾਏ ਸਭ ਬਾਤ ਸੁਨਾਈ ਉੱਥੇ ਜਾ ਕੇ ਰਾਏ ਬੁਲਾਰ ਨੂੰ ਸਾਰੀ ਗੱਲਬਾਤ ਉਹਨਾਂ ਨੇ ਸੁਣਾ ਦਿੱਤੀ ਹੈ 20 ਰਜਤ ਪਣ ਕਾਲੂ ਨੰਦਨ ਰਾਏ ਬੁਲਾਰ ਜੀ 20 ਰੁਪਏ ਜੋ ਕਾਲੂ ਦੇ ਸੁਪੁੱਤਰ ਗੁਰੂ ਨਾਨਕ ਸਾਹਿਬ ਹੈ ਦੀਨੇ ਸੰਤਨ ਕੋ ਕਰ ਬੰਦਨ ਅਸੀਂ ਸੁਣ ਕੇ ਆਏ ਆ ਵੀ ਉਹਨਾਂ ਨੇ 20 ਰੁਪਏ ਸਾਧੂਆਂ ਸੰਤਾਂ ਨੂੰ ਮੱਥਾ ਟੇਕ ਕੇ ਦੇ ਦਿੱਤੇ ਦਇਆ ਯੁਕਤ ਜਿਹ ਮ੍ਰਿਦੁਲ ਸੁਭਾਉ ਜਿਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਭਾਅ ਹੈ ਦਇਆ ਸਮੇਤ ਬੜਾ ਕੋਮਲ ਸੁਭਾਅ ਹੈ ਨਗਨ ਸ਼ੁਦਾ ਤੁਰ ਪਿਖ ਨ ਸਕਾਉ ਰਾਏ ਬੁਲਾਰ ਕੋਈ ਭੁੱਖ ਨਾਲ ਵਿਆਕਲ ਹੋਇਆ ਉਹ ਨਹੀਂ ਵੇਖਦੇ ਅਜੇ ਕੱਪੜੇ ਤੁਰਤ ਨੰਗਾ ਉਹ ਨਹੀਂ ਵੇਖ ਸਕਦੇ ਹਨ ਕਾਲੂ ਹਨੇ ਚਪੇਟਨ ਜੋਰਾ ਰਾਏ ਬੁਲਾਰ ਕੀ ਦਸੀਓ 20 ਰੁਪਏ ਪਿਛੇ ਅੱਜ ਉਹਨਾਂ ਦੇ ਪਿਓ ਕਾਲੂ ਨੇ ਕਹਿੰਦੇ ਜ਼ੋਰ ਦੀ ਕੀ ਥੱਪੜ ਮਾਰੇ ਉਹਨਾਂ ਦੇ ਅਤ ਤਰਾਸਤ ਜਿਹ ਤਰਸ ਨ ਥੋਰਾ ਨਾ ਡਰਾਇਆ ਧਵਾਇਆ ਗੁਰੂ ਨਾਨਕ ਸਾਹਿਬ ਨੂੰ ਬੜਾ ਮੋਟਾ ਕਾਲੂ ਨੂੰ ਕੋਈ ਡਰ ਹੀ ਨਹੀਂ ਹੈ ਸੁਨਤ ਕਾਨ ਏਵ ਰਾਏ ਬੁਲਾਰਾ ਇਸ ਤਰ੍ਹਾਂ ਦੀ ਉਹ ਦਾਸਾਂ ਤੋਂ ਗੱਲਬਾਤ ਕੰਨਾਂ ਵਿੱਚ ਸੁਣ ਕੇ ਰਾਏ ਬੁਲਾਰ ਸ੍ਰੀ ਨਾਨਕ ਜਿਹ ਕੋ ਬਹੁ ਪਿਆਰਾ ਗੁਰੂ ਨਾਨਕ ਸਾਹਿਬ ਜੀ ਜਿਹਨੂੰ ਜ਼ਿਆਦਾ ਹੀ ਪਿਆਰੇ ਹਨ ਪ੍ਰੀਤ ਸੰਗ ਹਿਰਦਾ ਪਰ ਪੂਰਨ ਉਸੇ ਵੇਲੇ ਕਹਿੰਦੇ ਪੀੜਾ ਦੇ ਨਾਲ ਜਿਹੜਾ ਹਿਰਦਾ ਬਹੁਤ ਭਰ ਗਿਆ ਹੈ ਦਾਸ ਬੁਲਾਏ ਪਠਾਇਓ ਤੂਰਨ ਪ੍ਰੀਤੀ ਦੇ ਨਾਲ ਹਿਰਦਾ ਜਿਹੜਾ ਪੂਰਾ ਭਰਿਆ ਹੋਇਆ ਇੱਕ ਨੌਕਰ ਦਾਸ ਨੂੰ ਬੁਲਾਇਆ ਬੜੀ ਛੇਤੀ ਦੇ ਕੇ ਕਮਲ ਨੈਣ ਆਨਾ ਹੋ ਮੁਝ ਐਨਾ ਸੇਵਕ ਨੂੰ ਕਿਹਾ ਜਿਨ੍ਹਾਂ ਦੇ ਕਮਲ ਵਰਗੇ ਨੇਤਰ ਹੈ ਉਹਨਾਂ ਨੂੰ ਵੀ ਤੂੰ ਆਪਣੇ ਨਾਲ ਲਿਆ ਮੇਰੇ ਪਾਸ ਕਾਲੂ ਸਹਿਤ ਜਿਸੇ ਹਰ ਭੈ ਨਾ ਬਾਕੀ ਕਾਲੂ ਵੀ ਨੇ ਸਮੇਤ ਹੀ ਲਿਆਉਣਾ ਉਹਨਾਂ ਨੂੰ ਜਿਸ ਨੂੰ ਵਾਹਿਗੁਰੂ ਦਾ ਕੋਈ ਡਰ ਭੈ ਹੈ ਨਹੀਂ ਖੌਫ ਹੈ ਨਹੀਂ ਹਸ ਕਹਿ ਕ੍ਰੋਧ ਅਧਿਕ ਮਨ ਛਾਵਾ ਇਸ ਤਰ੍ਹਾਂ ਕਹਿ ਕੇ ਰਾਏ ਬੁਲਾਰ ਦੇ ਮਨ ਦੇ ਵਿੱਚ ਬੜਾ ਗੁੱਸਾ ਭਰਿਆ ਆਇਆ ਹੈ ਫਰਕਤ ਅਰਧ ਹਿਰਦੇ ਦੁਖ ਪਾਵਾ ਰਾਏ ਬੁਲਾਰ ਦੇ ਬੁੱਲ ਫਰਕ ਰੇ ਹਿਰਦੇ ਵਿੱਚ ਬੜਾ ਦੁੱਖ ਪਾ ਰਿਹਾ ਹੈ ਸੀਤਲ ਸਵਾਸ ਲੇਤ ਬਹੁ ਬਾਰੀ ਬਹੁਤ ਵਾਰੀ ਰਾਏ ਬੁਲਾਰ ਲੰਮੇ ਠੰਡੇ ਹੋ ਕੇ ਜੇ ਲੈਂਦਾ ਹੈ ਮਮਪੁਰ ਹੋਤ ਅਵਗਿਆ ਭਾਰੀ ਮੇਰੇ ਨਗਰ ਦੇ ਵਿੱਚ ਹੀ ਇਸ ਤਰ੍ਹਾਂ ਬੜੀ ਭਾਰੀ ਗੁਰੂ ਨਾਨਕ ਸਾਹਿਬ
ਸਾਹਿਬ ਦੀ ਨਰਾਦਰੀ ਹੋ ਰਹੀ ਹੈ। ਕਲਾਵਾਨ ਕਲਹੀਨ ਕਿਰਪਾਲਾ ਜਿਹੜੇ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਉਹ ਲੜਾਈ ਤੋਂ ਰਹਿਤ ਹੈ, ਬੜੀਆਂ ਸ਼ਕਤੀਆਂ ਵਾਲੇ ਹੋਏ ਤਾਂ ਕੋ ਰਹਿਤ ਹੈ। ਹੋਏ ਤਾਂ ਕੋ ਤ੍ਰਿਸਕਾਰ ਵਿਸਾਲਾ ਐਸੇ ਜਿਹੜੇ ਕਲਪਨਾ ਤੋਂ ਰਹਿ ਸ਼ਕਤੀਆਂ ਵਾਲੇ ਕਿਰਪਾਲੂ, ਉਹਨਾਂ ਨੂੰ ਕਹਿੰਦੇ ਸਾਡੇ ਨਗਰ ਵਿੱਚ ਨਰਾਦਰ ਹੋ ਰਿਹਾ ਹੈ, ਬਦਨਾਮੀ ਕਰ ਰਿਹਾ ਹੈ। ਲਾਗੈ ਮੁਝ ਸਰੀਰ ਸਭ ਦੋਸ਼ੂ ਕਹਿੰਦੇ ਮੇਰੇ ਨਗਰ ਵਿੱਚ ਇਸ ਤਰ੍ਹਾਂ ਇਹ ਵਿਵਹਾਰ ਉਹਨਾਂ ਨਾਲ ਹੋ ਰਿਹਾ, ਦਾ ਦੋਸ਼ ਤਾਂ ਮੈਨੂੰ ਲੱਗੂਗਾ। ਅਸ ਬਸੂਰ ਔਰ ਸਰਸਤ ਰੋਸੂ ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਝੂਰਦਾ ਤੇ ਬੜੇ ਗੁੱਸੇ ਸਹਿਤ ਹੋ ਰਿਹਾ ਰਾਏ ਬੁਲਾਰ। ਸੁਖ ਸਾਗਰ ਕੋ ਲੈ ਕਰ ਦਾਸਾ ਇਹ ਦਰਜੋ ਸੁਖਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਹ ਦਾਸ ਲੈ ਕੇ ਰਾਏ ਬੁਲਾਰ ਦਾ ਪਹੁੰਚੋ ਤਬ ਬੁਲਾਰ ਕੇ ਪਾਸਾ ਰਾਏ ਬੁਲਾਰ ਦੇ ਕੋਲ ਜਾ ਪਹੁੰਚਾ ਹੈ। ਪ੍ਰੇਮ ਰੂਪ ਪੂਰਨ ਔਰ ਬਾਰਾ ਇਸ ਤਰ੍ਹਾਂ ਪ੍ਰੇਮ ਰੂਪ ਹੈ ਪੂਰਨ, ਕਹਿੰਦੇ ਹਿਰਦੇ ਵਿੱਚ ਜਿਹੜਾ 12 ਜਲ ਹੈ। ਲੋਚਨ ਦਰਜਨ ਛੁਟਿਓ ਫੁਹਾਰਾ ਨੇਤਰਾਂ ਦੇ ਦਰਵਾਜ਼ੇ ਰਾਹੀਂ ਜਾਣੀ ਰਾਏ ਬੁਲਾਰ ਦੇ ਉਹ ਪਾਣੀ ਦਾ ਫੁਹਾਰਾ ਹੀ ਛੁੱਟ ਪਿਆ। ਇਸ ਤਰ੍ਹਾਂ ਪ੍ਰੇਮ ਦੀ ਹਾਲਤ ਐਸੀ ਦਰਸਾ ਰਹੇ ਹਨ। ਭਏ ਜਲਜ ਤੇ ਜਲਦ ਸਜਲ ਸੋ ਇਸ ਤਰ੍ਹਾਂ ਕਹਿੰਦੇ ਜਿਹੜੇ ਕਵਲ ਵਰਗੇ ਨੇਤਰ ਹੈ ਉਹ ਕਹਿੰਦੇ ਜਲ ਦੇ ਸਹਿਤ ਬੱਦਲ ਵਾਂਗ ਹੋ ਗਏ। ਨਿਜ ਧਾਰਾ ਗੇਰਤ ਤਲ ਥਲ ਸੋ ਆਪਣੀਆਂ ਜਿਹੜੀਆਂ ਬੱਦਲਾਂ ਵਾਂਗ ਪਾਣੀ ਦੀਆਂ ਬੂੰਦਾਂ ਧਰਤੀ ਦੇ ਥੱਲੇ ਤੇ ਸਿੱਟ ਰਹੇ। ਪੂਰਨ ਤਾਜਕਾਰ ਉਠਿਓ ਪ੍ਰਿਯੰਕਾ ਜਦੋਂ ਗੁਰੂ ਨਾਨਕ ਸਾਹਿਬ ਨੂੰ ਆਇਆ ਦੇਖਿਆ ਬੜੀ ਛੇਤੀ ਪਣ ਗਿਆ, ਛੱਡ ਕੇ ਉੱਠ ਖੜੋਤਾ ਰਾਏ ਬੁਲਾ ਕਰ ਸਤਕਾਰ ਲੀਨ ਭਰ ਅੰਕਾ ਬਹੁਤ ਹੀ ਅਰਬ ਸਤਕਾਰ ਕਰਕੇ ਆਪਣੀ ਜੱਫੀ ਵੀ ਭਰ ਲਿਆ ਲੈ ਲਿਆ ਹੈ। ਗਦ ਗਦ ਗੇਰਾ ਅਸ਼ਰੂ ਬਹਿ ਵਾਰੀ ਰਾਏ ਬੁਲਾਰ ਦੀ ਕਹਿੰਦੇ ਗਦ ਗਦ ਬਾਣੀ ਹੋਈ ਇਕੱਠਾ ਰੁਕਿਆ, ਨੇਤਰਾਂ ਵਿੱਚੋਂ ਪਾਣੀ ਨਿਕਲਣ ਵਗਣ ਲੱਗਿਆ। ਅੰਗ ਭਿਗੋਏ ਕਰਨਾ ਧਾਰੀ ਇਹਨੇ ਵਿਰਾਗ ਵਿੱਚ ਅਥਰੂ ਕੇਰਿਆ, ਕਿਰਪਾ ਦੇ ਕਰ ਸਤਿਗੁਰੂ ਦੇ ਅੰਗ ਭਿਆਨ ਦਿੱਤੇ ਰਾਏ ਬੁਲਾਰ। ਬੋਲਨ ਚਹਿਤ ਨ ਆਵਤ ਬਾਨੀ ਹਾਂ ਰਾਏ ਬੁਲਾਰ ਬੋਲਣਾ ਤਾਂ ਚਾਹੁੰਦਾ ਹੈ ਪਰ ਕੰਠ ਗਲਾ ਰੁਕਿਆ, ਬਚਨ ਬਾਣੀ ਆਉਂਦਾ ਹੀ ਨਹੀਂ, ਨਿਕਲਦਾ ਹੀ ਨਹੀਂ ਹੈ। ਮਹਾ ਮੋਹ ਮੈਂ ਮਤਲਬ ਪਟਾਨੀ ਮਹਾਨ ਮੋਹ ਦੇ ਵਿੱਚ ਰਾਏ ਬੁਲਾਰ ਦੀ ਜਿਹੜੀ ਅਕਲ ਮਤ ਹੈ ਲਿਪਟ ਗਈ, ਲੀਨ ਹੋ ਗਈ ਹੈ। ਨਿਕਟ ਜਨਾਰ ਕਰਨਾ ਮਨ ਠਾਨ ਹੈ ਜਿਹੜੇ ਕੋਈ ਰਾਏ ਬੁਲਾਰ ਦੇ ਕੋਲ ਖੜੋਤੇ ਪੁਰਸ਼ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਮਨ ਵਿੱਚ ਬਹੁਤ ਕਿਰਪਾ ਕਰਦੇ ਹੈ। ਕਾਲੂ ਕੋ ਕੁਸ਼ੀਲ ਪਹਿਚਾਨ ਹੈ ਸਾਰੇ ਪਛਾਣਦੇ ਵੀ ਜਿਹੜਾ ਕਾਲੂ ਹੈ ਬਹੁਤ ਮਾੜੇ ਸੁਭਾਅ ਵਾਲਾ ਹੈ। ਰਾਏ ਸੁਨਾਏ ਬਚਨ ਕਹਿ ਨਿੰਦ ਹੈ ਰਾਏ ਬੁਲਾਰ ਨੂੰ ਸੁਨਾਨ ਕੇ ਨਾ ਤੇ ਬਚਨ ਕਹਿ ਕੇ ਨਨਕ ਇਹ ਕਾਲੂ ਨੂੰ ਨਿੰਦੇ ਪੜਦੇ। ਕਰੂਰ ਕਰਮ ਕੀਨੋ ਮਨ ਬਿੰਦ ਹੈ ਸਾਰੇ ਮਨ ਵਿੱਚ ਜਾਣਦੇ ਆ ਵੀ ਇਹ ਕਾਲੂ ਨੇ ਬਹੁਤ ਮਾੜਾ ਕੰਮ ਕੀਤਾ ਜੋ ਥੱਪੜ ਮਾਰੇ ਇਹਨਾਂ ਨੂੰ। ਨੀਲ ਕਪੋਲ ਵਿਲੋਕਤ ਲੋਚਨ ਇਸ ਤਰ੍ਹਾਂ ਨੇਤਰਾਂ ਨਾਲ ਵੇਖ ਕੇ ਵੀ ਉਹ ਗੱਲਾਂ ਤੇ ਨੀਰ ਜੇ ਪਏ ਹਨ। ਮ੍ਰਿਦਲ ਲਖੈ ਕਰ ਅੰਸ਼ੁਨ ਮੋਚਨ ਇਸ ਤਰ੍ਹਾਂ ਕਹਿੰਦੇ ਕੋਮਲ ਜਾਣ ਕੇ ਅੱਖਾਂ ਵਿੱਚੋਂ ਅਥਰੂ ਘੇਰਦੇ ਹਨ। ਧਰ ਧੀਰਜ ਔਰ ਰਾਏ ਬੁਲਾਰੂ ਅਖੀਰੀ ਰਾਏ ਬੁਲਾਰ ਜੀ ਨੇ ਹਿਰਦੇ ਵਿੱਚ ਧੀਰਜ ਧਾਰ ਕੇ ਪਰਖ ਸਮਰਖ ਹਕੀਨ ਉਚਾਰੂ ਬਹੁਤ ਕਹਿੰਦੇ ਸਮਰਖ ਕੇ ਗੁੱਸੇ ਵਿੱਚ ਆ ਕੇ ਪਰਖ ਕੇ ਕਠੋਰੀ ਫਿਰ ਕੇ ਕਰੜੀ ਲਫ਼ਜ਼ ਬੋਲੇ। ਕਾਲੂ ਕਲਹੀ ਕਰੂਰ ਕਠੋਰਾ ਕਹਿੰਦੇ ਉਹ ਕਾਲੂਆ ਤੂੰ ਲੜਾਈ ਕਰਨ ਵਾਲਾ ਹੈ, ਤੂੰ ਬੜਾ ਕਰੜਾ ਹੈ, ਸਖਤ ਹੈ, ਤੂੰ ਕਠੋਰ ਸੁਭਾਅ ਵਾਲਾ ਹੈ। ਏਕ ਨਾ ਮਾਨਿਓ ਤੈਂ ਬਚ ਮੋਰਾ ਤੂੰ ਨਿਰਦਈ ਹੈ, ਤੂੰ ਇੱਕ ਵੀ ਵਚਨ ਮੇਰਾ ਬਣਿਆ ਨਹੀਂ ਕਿਤੇ। ਕਰੁਣਾਹੀਨ ਕੁਸ਼ੀਲ ਕੁਡਾਲੀ ਉਹਦਾ ਕਹਿੰਦੇ ਕਿਰਪਾ ਤਰਸ ਤੋਂ ਰਹਿ ਤਾਂ ਕੁਸੀ ਨਿਰਦਈ ਹੈ, ਖੋਟੀ ਤਰ੍ਹਾਂ ਨਾ ਹੈ। ਸੁਧ ਪਰਲੋਕ ਰਿਦਾ ਤਵ ਖਾਲੀ ਤੇਰਾ ਜਿਹੜਾ ਹਿਰਦਾ ਪਰਲੋਕ ਦੀ ਖਬਰ ਤੋਂ ਬਿਲਕੁਲ ਪਤਾ ਖਾਲੀ ਹੈ, ਤੈਨੂੰ ਅਗਲੇ ਲੋਕ ਦਾ ਤਾਂ ਪਤਾ ਹੀ ਨਹੀਂ ਹੈ। ਦਿਨ ਪ੍ਰਤ ਵਿਰਜਤ ਮਨ ਧਰ ਲੋਭਾ
ਹਮੇਸ਼ਾ ਕਹਿੰਦੇ ਤੇਰੇ ਅੰਦਰ ਧੰਦਾ ਲੋਭ ਧਾਰ ਕੇ ਧੰਦੀ ਲਾਲਸਾ ਵੱਧਦੀ ਹੈ। ਸੁਤ ਸੁਸ਼ੀਲ ਕੀ ਲਖਤ ਨ ਸ਼ੋਭਾ। ਜਿਹੜਾ ਪੁੱਤਰ ਤੇਰਾ ਕਿਹੋ ਜੇ ਨਰਮ ਸੁਭਾਅ ਵਾਲਾ, ਉਹਦੀ ਸੋਭਾ ਨੂੰ ਤੂੰ ਮਾੜਾ ਮੋਟਾ ਵੀ ਜਾਣਦਾ ਬੁਝਦਾ ਨਹੀਂ। ਸੁਖ ਇਸ ਲੋਕ ਹੈ ਦੀਨ ਵਿਸਾਰੀ। ਤੂੰ ਤਾਂ ਕਾਲੂ ਵੀ ਇਸ ਦੁਨੀਆ ਦੇ ਲੋਕਾਂ ਦੇ ਜਿਹੜੇ ਸੁੱਖ ਉਹਨਾਂ ਨੂੰ ਵੀ ਭੁਲਾ ਦਿੱਤੇ ਆ ਹੈ। ਜਿਨ ਪਰਲੋਕ ਵਰ ਡੀਠ ਸੁਧਾਰੀ। ਅਸਵਾ ਤੇਰੇ ਜਿਹੜੇ ਸੁਪੁੱਤਰ ਗੁਰੂ ਨਾਨਕ ਸਾਹਿਬ, ਉਹਨਾਂ ਨੇ ਇਸ ਲੋਕ ਦੇ ਸੁੱਖਾਂ ਨੂੰ ਭੁਲਾ ਦਿੱਤਾ ਹੋਇਆ ਹੈ ਤੇ ਪ੍ਰਲੋਕ ਵਿੱਚ ਉਹਨਾਂ ਨੇ ਬਨਾਸ ਵਾਰ ਕੇ ਨਿਗਾਹ ਰੱਖੀ, ਅਗਲੇ ਲੋਕ ਤੇ ਨਿਗਾਹ ਰੱਖੀ ਹੈ ਵੀ ਅੱਗੇ ਨਾ ਔਖੇ ਹੋਈਏ। ਅਸ ਸੁਤ ਉਚਿਤ ਨ ਤਵ ਘਰ ਮਾਹੀ। ਇਹੋ ਜਿਹਾ ਜਿਹੜਾ ਪੁੱਤਰ ਹੈ ਤੇਰੇ ਘਰ ਦੇ ਵਿੱਚ ਪੈਦਾ ਹੋਣ ਯੋਗ ਹੈ ਨਹੀਂ ਸੀ। ਛਤਰੀ ਬਰਨ ਕਰਮ ਤਸ ਨਾਹੀ। ਠੀਕ ਹੈ, ਤੇਰਾ ਕਾਲੂ ਛਤਰੀਆਂ ਵਾਲਾ ਵਰਨ ਹੈ, ਛਤਰੀ ਜਾਤ ਵਿੱਚ ਪੈਦਾ, ਪਰ ਛਤਰੀਆਂ ਵਾਲੇ ਕੰਮ ਤਾਂ ਨਹੀਂ, ਤੇਰੇ ਕੰਮ ਤਾਂ ਕਸਾਈਆਂ ਵਾਲੇ ਹੀ ਹੈ। ਕਲਪ ਬ੍ਰਿਸ਼ ਜਿਉ ਨਿਪਜਹਿ ਮਾਰੂ। ਇਹ ਤਾਂ ਗਵੇਂ ਉਲਟੀ ਪੁਲਟੀ ਹੋ ਗਈ ਹੈ, ਜਿਵੇਂ ਰੇਤੇ ਵਾਲੇ ਮਾਰੂ ਥਲ ਵਿੱਚ ਕਲਪ ਬਿਰਸ਼ ਪੈਦਾ ਹੋ ਜਾਏ। ਜੋ ਸੰਬਕ ਤੇ ਮੁਕਤਾ ਚਾਰੂ। ਜਿਵੇਂ ਕਹਿੰਦੇ ਸੰਬਕ ਕੀ ਸਿੱਪੀ ਦੇ ਵਿੱਚੋਂ ਮੁਕਤਾ ਕਹਿੰਦੇ ਮੋਤੀ ਜਾਂ ਸੁੰਦਰ ਪੈਦਾ, ਉਸ ਸਿੱਪੀ ਕੋਈ ਕਦਰ ਕੀਮਤ ਨਹੀਂ ਜਾਣਦੀ ਮੋਤੀ ਦਾ, ਤਾਂ ਲੋਕ ਹੀ ਪਾਉਂਦੇ। ਹੁਣ ਤੇਰੇ ਭਲੇ ਪੈਦਾ ਹੋ ਗਏ, ਤੂੰ ਸਿੱਪੀ ਵਰਗਾ ਨਕਮਾ, ਮੋਤੀ ਵਰਗੇ ਗੁਰੂ ਨਾਨਕ, ਤੈਨੂੰ ਕੋਈ ਕਦਰ ਕੀਮਤ ਨਹੀਂ ਉਹਨਾਂ ਦੀ। ਤਿਉ ਅਜੋਗ ਬਿਦ ਮੈਂ ਲਖ ਲੀਨੀ। ਜਾਂ ਸੰਬਕ ਨਾ ਕੋਈ ਫਲੀ ਦਾ, ਜਿਵੇਂ ਉਹ ਮਟਰਾਂ ਦੀ ਫਲੀ ਦੇ ਵਿੱਚੋਂ ਕੋਈ ਮੋਤੀ ਪੈਦਾ ਹੋਏ, ਵੀ ਮਟਰ ਦੇ ਤਾਂ ਸੁੱਚਾ ਮੋਤੀ ਨਿਕਲ ਆਏ। ਇਸ ਤਰ੍ਹਾਂ ਕਹਿੰਦੇ ਤੇਰੀ ਗੱਲ, ਤੂੰ ਤਾਂ ਮਟਰ ਵਰਗਾ ਹੈ, ਤੇਰੇ ਘਰੇ ਤੇਰੇ ਅੰਦਰ ਕਹਿੰਦੇ ਆ ਮੋਤੀ ਵਰਗੇ ਗੁਰੂ ਨਾਨਕ ਪੈਦਾ ਹੋ ਗਏ, ਤੈਨੂੰ ਕੋਈ ਇਹਨਾਂ ਦੀ ਕਦਰ ਕੀਮਤ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਅਜੋਗ ਜੀ ਗੱਲ ਮੈਂ ਸਾਰੀ ਜਾਣ ਲਈ ਹੈ। ਤਿਉ ਅਜੋਗ ਬਿਦ ਮੈਂ ਲਖ ਲੀਨੀ। ਇਸੇ ਤਰ੍ਹਾਂ ਜਿਹੜੀ ਵਿਧੀ ਹੈ ਮੈਂ ਸਾਰੀ ਅਜੋਗ ਜੀ ਜਾਣ ਲੈਣਾ ਕੀਤੀ ਹੈ। ਈਸ਼ਵਰ ਕੀ ਗਤ ਪਰ ਹੈ ਨ ਚੀਨੀ। ਪਰਮੇਸ਼ਰ ਦੀ ਜਿਹੜੀ ਗਤੀ ਹੈ ਉਹ ਕਿ ਜਾਣੀ ਨਹੀਂ ਜਾਂਦੀ, ਵੀ ਤੇਰੇ ਵਰਗੇ ਲੜਾਕੂ ਨਰਦਈ ਦੇ ਘਰੇ ਐਸੇ ਗੁਰੂ ਨਾਨਕ ਵਰਗੇ ਮਹਾਨ ਕਿਵੇਂ ਪੈਦਾ ਹੋ ਗਏ, ਕਿਵੇਂ ਆ ਗਏ। ਲੱਜਤ ਕਾਲੂ ਸਭਾ ਮਝਾਰਾ। ਕਰਾਏ ਬੁਲਾਰ ਇਹਨਾਂ ਨੂੰ ਕਹਿ ਰਿਹਾ ਸਦੇ ਲਾਹ ਜੇ ਫੇ ਕਾਲੂ ਤਾਂ ਸਭਾ ਵਿੱਚ ਬਹੁਤ ਸ਼ਰਮਸ਼ਾਰ ਜਾ ਹੋਇਆ। ਪੁਨ ਬੁਲਾਰ ਸੋ ਬਚਨ ਉਚਾਰਾ। ਫੇਰ ਅਖੀਰੀ ਕਹਿੰਦੇ ਮੁੱਕ ਜਾ ਤਾਂ ਚੱਕ ਕੇ ਰਾਏ ਬੁਲਾਰ ਦੇ ਸਾਥ ਬਚਨ ਕਿਹਾ। ਮੁਝ ਸੋ ਕਰਤ ਅਧਿਕ ਤੁਮ ਰੋਸੂ। ਰਾਏ ਬੁਲਾਰ ਜੀ ਮੇਰੇ ਨਾਲ ਤੁਸੀਂ ਬਹੁਤਾ ਗੁੱਸਾ ਜਾ ਕਰਦੇ ਆ ਵੀ ਤੂੰ ਮਾੜਾ ਹੈ। ਹਿਰਦੈ ਵਿਚਾਰੋ ਕਿਹ ਕੋ ਦੋਸ਼ੂ। ਹਿਰਦੇ ਵੀ ਤਾਂ ਸੋਚੋ ਵਿਚਾਰੋ ਮੇਰਾ ਦੋਸ਼ ਹੈ ਕਿ ਮੇਰੇ ਪੁੱਤਰ ਗੁਰੂ ਨਾਨਕ ਦਾ ਹੈ। ਬਨਜ ਹੇਤ ਘਰ ਤੇ ਦੀਏ ਦਰਬਾਰ। ਦੱਸੋ ਮੇਰਾ ਤਾਂ ਦੋਸ਼ ਨਹੀਂ, ਮੈਂ ਤਾਂ ਕਹਿੰਦੇ ਸੱਚਾ ਖਰਾ ਸੌਦਾ ਖਰੀਦਣ ਵਾਸਤੇ ਘਰੋਂ 20 ਰੁਪਏ ਇਹਨਾਂ ਨੂੰ ਦਿੱਤੇ ਸੀ। ਜਾਏ ਫਕੀਰਨ ਅਰਪਿਓ ਸਰਬਾ। ਇਹ ਦੇਖ ਲਓ ਇਹਨਾਂ ਨੇ ਜਾ ਕੇ ਸਾਰੇ ਕਹਿੰਦੇ ਉਹ ਫਕੀਰਾਂ ਨੂੰ ਖਰਚਦੇ, ਉਹਨਾਂ ਨੂੰ ਰਾਸ਼ਨ ਪਾਣੀ ਲਵਾ ਕੇ ਖਵਾਏ। ਵਹਿਰ ਨਗਰ ਤੇ ਵੈਸਿਓ ਦੁਰਕੈ। ਹੁਣ ਦੇਖ ਲੋ ਕਹਿੰਦੇ ਉਹ ਰੁਪਈਏ ਗਵਾ ਕੇ ਤੇ ਨਗਰ ਤੋਂ ਬਾਹਰ ਲੋਕੇ ਬਹਿ ਗਏ ਸੀ। ਉਤਰ ਨਦੀਨੋ ਕੋ ਘਰ ਮੁਰਕੈ। ਆਪਣੇ ਘਰ ਦੇ ਵਿੱਚ ਕੋਈ ਇਹਨਾਂ ਨੇ ਨਹੀਂ ਜਵਾਬ ਦਿੱਤਾ, ਕੋਈ ਪਤਾ ਨਹੀਂ ਦੱਸਿਆ ਵੀ ਕੀ ਕਰਿਆ ਆਏ ਅਸੀਂ। ਬਾਲੇ ਕਹੀ ਹਕੀਕਤ ਸਾਰੀ। ਆਜਾ ਭਾਈ ਬਾਲਾ ਜੀ ਨੂੰ ਮੈਂ ਬੁਲਾਇਆ ਸੀ, ਇਹਨੇ ਸਾਰੀ ਵਾਰਤਾ ਦੱਸੀ ਮੈਨੂੰ। ਤਹ ਵੈਸਿਓ ਸਰ ਜਹ ਬਿਨ ਬਾਰੀ। ਮੈਨੂੰ ਦੱਸਿਆ ਵੀ ਉੱਥੇ ਬੈਠੇ ਜਿਹੜਾ ਸਲਾ ਪਾਣੀ ਤੋਂ ਬਗੈਰ ਹੈ। ਜਬ ਕੋ ਜਨਮਿਓ ਸੁਰਤ ਸੰਭਾਰਾ। ਰਾਏ ਬੁਲਾਰ ਜੀ ਮੈਂ ਕੀ ਦੱਸਾਂ, ਜਦੋਂ ਤੋਂ ਕਹਿੰਦੇ ਪੈਦਾ ਹੋਏ ਤੇ ਇਹਨਾਂ ਨੇ ਹੋਸ਼ ਸੰਭਾਲੀ ਹੈ। ਕਈ ਵਾਰ ਇਉਂ ਸਦਨ ਉਜਾਰਾ। ਇੱਕ ਵਾਰੀ ਦੀ ਗੱਲ ਨਹੀਂ ਹੈ, ਕਈ ਵਾਰੀ ਇਹਨਾਂ ਨੇ ਘਰ ਦੇ ਵਿੱਚੋਂ ਰੁਪਈਏ ਗਵਾਏ, ਕੱਪੜੇ ਗਵਾਏ, ਭਾਂਡੇ ਗਵਾਏ। ਸੁਨ ਬੁਲਾਰ ਪੁਨ ਗੇਰਾ ਬਖਾਨੀ। ਉਸ ਵੇਲੇ ਇਸ ਤਰ੍ਹਾਂ ਸੁਣ ਕੇ ਰਾਏ ਬੁਲਾਰ ਜੀ ਨੇ ਬਚਨ ਕਿਹਾ। ਤਬ ਉਰ ਪਾਹਨ ਨਿੰਦਾ ਠਾਨੀ। ਚਮਕਾਲੂਆ ਤੇਰਾ ਧਰ ਪੱਥਰ ਵਰਗਾ ਸਾਗਤ ਹੈ, ਐਸੇ ਗੁਰੂ ਨਾਨਕ ਦੀ ਤੂੰ ਨਿੰਦਿਆ ਕਰ ਰਿਹਾ। ਪੁੱਤਰ ਨੇਹ ਨਹਿ ਭੈ ਜਗਤੇਸ਼ਾ। ਤੈਨੂੰ ਤਾਂ ਪੁੱਤਰ ਦਾ
ਦਾ ਮੋਹ ਨਹੀਂ ਹੈਗਾ ਤੇ ਨਾ ਹੀ ਤੈਨੂੰ ਪਰਮੇਸ਼ਰ ਦਾ ਕੋਈ ਡਰ ਪੈ ਹੈਗਾ, ਨਾ ਇਹਨੂੰ ਦੋਹੇ ਪਾਸੇ ਲਾਉਣਾ ਅਰਥ ਵਾਸਤੇ। ਪਰਮਾਰਥ ਕੀ ਸੁਮਤ ਨਾ ਲੇਸ਼ਾ। ਜਿਹੜਾ ਪਰਮਾਰਥ ਹੈ ਪਰਮੇਸ਼ਰ ਹੈ, ਜਾਂ ਜਿਹੜਾ ਕੋਈ ਯਥਾਰਥ ਗਿਆਨ ਹੈ ਉਹਦੀ ਤਾਂ ਲੇਸ਼ ਮਾਤਰ ਦੀ ਤੈਨੂੰ ਅਕਲ ਮਾਤੀ ਨਹੀਂ, ਬੁੱਧੀ ਨਹੀਂ ਹੈ। ਲੋਭ ਲਹਿਰ ਔਰ ਸ਼ਰਧਾ ਖਾਲੀ। ਕਹਿੰਦੇ ਲੋਭ ਦੀ ਲਹਿਰ ਤੇਰੇ ਅੰਦਰ ਘੁੱਟ ਰਹੀ ਹੈ, ਹਿਰਦਾ ਸ਼ਰਧਾ ਤੋਂ ਬਿਲਕੁਲ ਸਖਣਾ ਹੈ। ਅਜਮਤ ਸਮਝਤ ਚਿਤ ਨਾ ਵਿਸਾਲੀ। ਇਹਨਾਂ ਦੀ ਸ਼ਕਤੀ ਨੂੰ ਚਿੱਤ ਵਿੱਚ ਤੂੰ ਪੂਰਾ ਮਾਤਰ ਵੀ ਨਹੀਂ ਸਮਝ ਰਿਹਾ। ਬਰ ਪਾਰਸ ਘਰ ਪਰ ਹਰ ਔਰ ਤੇ। ਤੇਰੇ ਘਰੇ ਪਾਰਸ ਦੀ ਬੱਟੀ ਵਰਗਾ ਗੁਰੂ ਨਾਨਕ ਸਾਹਿਬ ਹੈ, ਉਹਨੂੰ ਕਹਿੰਦੇ ਆਪਣੇ ਘਰੋਂ ਛੱਡ ਕੇ ਦੂਰ ਕਰਕੇ ਹਿਰਦੇ ਤੋਂ। ਚਾਹਤ ਫਿਰਤ ਸੁਕੌਡੀ ਪਰਤੇ। ਕਹਿੰਦੇ ਦੂਜਿਆਂ ਪਾਸੋਂ ਤੂੰ ਘੋੜੀਆਂ ਲੱਭਦਾ ਫਿਰਦਾ, ਚਾਹੁੰਦਾ ਫਿਰਦਾ ਹੈ। ਜੋ ਅਜਾਨ ਕੋ ਪ੍ਰਾਪਤ ਹੀਰਾ। ਜਿਵੇਂ ਕਹਿੰਦੇ ਬੇਸਮਝ ਪੁਰਸ਼ ਨੂੰ ਕਹਿੰਦੇ ਹੀਰਾ ਪ੍ਰਾਪਤ ਹੋ ਜਾਏ, ਮਿਲ ਗਏ। ਕਿਉ ਸੁਖ ਭਾਵਹਿ ਰੰਕ ਅਧੀਰਾ। ਜਿਹੜਾ ਕੰਗਾਲ ਪੁਰਸ਼ ਹੈ ਕਿਵੇਂ ਉਹ ਤੋਂ ਕਹਿੰਦੇ ਸੁਖ ਪਾਸ, ਉਹ ਤਾਂ ਧੀਰ ਤੋਂ ਰਹਿਤ ਹੀ ਔਖਾ ਹੀ ਰਹਿੰਦਾ, ਉਹਨੂੰ ਕੋਈ ਹੀਰੇ ਦੀ ਕਮਰ ਕੀਮਤ ਉਹਦਾ ਪੱਥਰ ਹੀ ਸਮਝਦਾ ਹੁੰਦਾ। ਸ੍ਰੀ ਨਾਨਕ ਤਨ ਧਰ ਘਰ ਹਿੰਦੂ। ਕਹਿੰਦੇ ਦੇਖ ਲਾ ਗੁਰੂ ਨਾਨਕ ਸਾਹਿਬ ਜੀ ਨੇ ਤੇਰੇ ਘਰੇ ਅਵਤਾਰ ਧਾਰ ਲਿਆ ਹੈ। ਤੁਰਕ ਜਨਮ ਆਪਣੋ ਮਨ ਬਿੰਦੂ। ਮੈਂ ਆਪਣੇ ਮਨ ਵਿੱਚ ਜਾਣਦਾ ਵੀ ਮੇਰਾ ਜਿਹੜਾ ਜਨਮ ਹੈ ਮੁਸਲਮਾਨਾਂ ਦੇ ਘਰ ਹੋਇਆ। ਅਸਮੰਜਸ ਹੋਇਆ ਹੈ ਨਿਜ ਸਦਮਾ। ਕਹਿੰਦੇ ਇਸ ਤਰ੍ਹਾਂ ਜਿਵੇਂ ਆਪਣੇ ਘਰ ਵਿੱਚ ਇਹਨਾਂ ਨੂੰ ਲੈ ਜਾਵਾਂ ਤੇ ਗੱਲ ਅਣਬਣ ਜੀ ਹੋ ਜਾਊਗੀ। ਰਾਖੋ ਜੇ ਮੁਕੰਦ ਪਦ ਪਦਮਾ। ਜੇ ਮੁਕਤੀ ਦਾਤੇ ਜਿਹੜੇ ਹੈ ਗੁਰੂ ਮਹਾਰਾਜ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਾਂ, ਗੱਲ ਉਲਟ ਜੀ ਹੋ ਜਾਊਗੀ। ਧਨ ਤ੍ਰਿਸ਼ਨਾ ਕਾਲੂ ਉਰ ਤੇਰੇ। ਹੋ ਕਾਲੂ ਤੇਰੇ ਵੀ ਧਨ ਦੀ ਬਹੁਤੀ ਤ੍ਰਿਸ਼ਨਾ ਹੈ। ਇਨ ਕੋ ਖਰਚ ਲੈ ਹੋ ਘਰ ਮੇਰੇ। ਰੁਪਈਆਂ ਦੀ ਤ੍ਰਿਸ਼ਨਾ, ਇਹਨਾਂ ਦਾ ਜਿੰਨਾ ਖਰਚ ਹੋਵੇ ਉਹ ਮੇਰੇ ਘਰੋਂ ਤੂੰ ਲੈ ਲਿਆ ਕਰ ਖੁੱਲਾ ਡੁੱਲਾ। ਅਸ ਕਹਿ ਦਾਸ ਪਠਾਤ ਤਕਾਲਾ। ਇਸ ਤਰ੍ਹਾਂ ਕਾਲੂ ਨੂੰ ਕਹਿ ਕੇ ਆਪਣਾ ਇੱਕ ਨੌਕਰ ਜਾਂ ਘਰ ਵੱਲ ਨੂੰ ਭੇਜਿਆ ਝਟਪਟ। ਜਹਰਾਨੀ ਖੋਖਰ ਮਧਸਾਲਾ। ਜਿੱਥੇ ਰਾਏ ਬਲਾਰ ਦੀ ਘਰ ਦੇ ਵਿੱਚ ਉਹ ਕਹਿੰਦੇ ਖੋਖਰ ਯਾਰ ਦੀ ਮਹਾਰਾਣੀ ਸੀ, ਇਹਦੀ ਪਤਨੀ ਹੈ ਸੀ। 20 ਰਜਤ ਪਣ ਆਨ ਸੁਦੀਨੇ। ਉਹਦੇ ਕੋਲੋਂ 20 ਰੁਪਏ ਲਿਆ ਕੇ ਤੇ ਕਾਲੂ ਜੀ ਨੂੰ ਦੇਣਾ ਕੀਤੇ। ਲੀਨ ਨਿਰਪਤ ਨੇ ਜਪਾਨ ਪ੍ਰਵੀਨੇ। ਪਹਿਲਾਂ ਕਹਿੰਦੇ ਸਿਆਣੇ ਰਾਏ ਬਲਾਰ ਨੇ ਆਪਣੇ ਹੱਥਾਂ ਵਿੱਚੋਂ 20 ਰੁਪਏ ਲਿਆਏ। ਜਬ ਹੈ ਦੇਨ ਲਾਗਿਓ ਕਰ ਕਾਲੂ। ਜਦੋਂ ਕਹਿੰਦੇ ਰਾਏ ਬਲਾਰ 20 ਰੁਪਏ ਕਾਲੂ ਦੇ ਹੱਥਾਂ ਵਿੱਚ ਫੜਾਉਣ ਲੱਗਿਆ, ਹੋਇ ਘਰ ਬੋਲਿਓ ਲੱਜਤ ਵਿਸਾਲੂ। ਬਹੁਤਾ ਸ਼ਰਮਸ਼ਾਰ ਜਾ ਹੋ ਕੇ ਫਿਰ ਬੋਲਿਆ ਕਾਲੂ ਜੀ, ਨਹੀਂ ਬਸੂਰਤ ਮੈਂ ਇਹ ਦਰਬਾਰ। ਰਾਏ ਬਲਾਰ ਜੀ ਮੈਂ ਧਨ ਵਾਸਤੇ ਨਹੀਂ ਚੂਰਦਾ ਹਾਂ। ਕਰਤਾ ਸਦਾ ਕੁਕਾਰਜ ਸਰਵਾ। ਹਮੇਸ਼ਾ ਜਿੰਨੇ ਘਰ ਦੇ ਕੰਮ ਹੈ ਸਾਰੇ ਇਹ ਚੰਗੇ ਨਹੀਂ ਕਰਦਾ ਹੈ। ਮੁਝ ਪਾਛੇ ਨਿਜ ਘਰ ਵਿਵਹਾਰਾ। ਜਦੋਂ ਮੈਂ ਸਰੀਰ ਛੱਡ ਗਿਆ ਮੇਰੇ ਮਰੇ ਤੋਂ ਬਾਅਦ ਜਿਹੜਾ ਘਰ ਦਾ ਆਪਣਾ ਵਿਵਹਾਰ ਹੈ, ਕਿਉਂ ਨਿਰਵਾਹ ਹੈ ਕਰਹੋ ਵਿਚਾਰਾ। ਦੱਸੋ ਇਹ ਕਿਵੇਂ ਨਿਭਾਏਗਾ, ਕਿਵੇਂ ਚਲਾਏਗਾ ਘਰ ਦਾ ਕੰਮ ਕਾਰ, ਇਹ ਤੁਸੀਂ ਦੱਸੋ ਚਾਰ ਕੇ ਵਿਚਾਰ ਕੇ। ਤੁਮ ਜੋ ਦੇਨ ਦਰਬ ਆਪ ਲਾਗੇ। ਜਿਹੜਾ ਤੁਸੀਂ ਇਹ ਰੁਪਈਆ ਮੈਨੂੰ ਦੇਣ ਲੱਗੇ ਹੋ, ਸਰਬ ਸੁਖ ਦੀਨੇ ਕਿਨ ਆਗੇ। ਸਾਰੇ ਸੁੱਖ ਸਹੂਲਤਾਂ ਦੱਸੋ ਪਹਿਲਾਂ ਅੱਗੇ ਕਿਹਨੇ ਦਿੱਤੀਆਂ, ਸਭ ਤੁਸੀਂ ਬਖਸ਼ੀਆਂ ਮੈਨੂੰ। ਤਬ ਪ੍ਰਤਾਪ ਸਭ ਕੁਛ ਮੁਝ ਸਦਨਾ। ਇਹ ਰਾਏ ਬਲਾਰ ਜੀ ਤੁਹਾਡੇ ਪ੍ਰਤਾਪ ਕਰਕੇ ਮੇਰੇ ਘਰ ਵੀ ਸਭ ਕੁਛ ਹੈ। ਤਬ ਪ੍ਰਸਾਦ ਕਰ ਦਾਰਿਦ ਰਦਨਾ। ਤੁਹਾਡੀ ਪਿਰਸਾ ਕਿਰਪਾ ਕਰਕੇ ਮੇਰੇ ਘਰ ਦੇ ਵਿੱਚੋਂ ਦਿਰਦਰ ਦੂਰ ਚਲਿਆ ਗਿਆ। ਕਹਿਓ ਰਾਏ ਅਬ ਤੋ ਇਹ ਲੀਜੈ। ਰਾਏ ਬਲਾਰ ਕਹਿਣ ਲੱਗਾ ਵੀ ਕਾਲੂ ਹੁਣ 20 ਰੁਪਏ ਤਾਂ ਤੂੰ ਲੈ ਹੀ ਲੈ, ਬੋਹਰੋ ਜਾਂ ਵਿਦ ਕਾਰਜ ਕੀਜੈ। ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਤੂੰ ਕੰਮ ਕਰਨਾ ਹੈ। ਅਸਨ ਵਸਨ ਤੇ ਖਰਚ ਜੋ ਸਰਬਾ। ਜਿਹੜਾ ਕਹਿੰਦੇ ਭੋਜਨ ਦਾ ਖਰਚ ਹੋਵੇ ਨਾ ਤੇ ਕੋਈ ਕੱਪੜੇ ਦਾ ਖਰਚ ਹੋਵੇ, ਉਹ ਸਾਰਾ ਹੀ ਮਮ ਢਿਗ ਤੇ ਗਿਨ ਕਰ ਲਿਹੋ ਦਰ
ਦਰਬਾ ਮਹੀਨੇ ਤੋਂ ਬਾਅਦ ਸਾਰਾ ਗਿਣ ਗਿਣ ਕੇ ਮੇਰੇ ਕੋਲ ਲੈ ਲਿਆ ਕਰ ਇਹਨਾਂ ਦਾ ਖਰਚ। ਸੁਤ ਕੀ ਮਹਿਮਾ ਲਖ ਨ ਸਕਾਇਆ ਕਿਉਂਕਿ ਤੇਰੇ ਘਰੇ ਪੁੱਤਰ ਮਹਾਨ ਹੋ ਗਏ, ਇਹਨਾਂ ਦੀ ਮਹਿਮਾ ਤੂੰ ਜਾਣ ਨਹੀਂ ਸਕਿਆ। ਦਰਬ ਲੋਭ ਹਿਰਦਾ ਬਿਰਮਾਇਆ ਤੇਰਾ ਜਿਹੜਾ ਹਿਰਦਾ ਧੰਦੇ ਲੋਭ ਨੇ ਪਰਮਾਇਆ ਭੁਲਾਇਆ ਹੋਇਆ। ਧਨ ਆਨਹਿ ਜਾਣਹਿ ਸੁਖਦਾਇਕ ਜੇ ਕਿਤੇ ਘਰ ਇਕੱਠਾ ਧਨ ਲਿਆਵੇ ਫਿਰ ਤੂੰ ਜਾਣੇ ਵੀ ਇਹ ਸੁਖ ਦੇਣ ਵਾਲਾ ਪੁੱਤ ਹੈ। ਸਤ ਪੰਥੀ ਕੋ ਕਹਿਤ ਨਲਾਇਕ ਜਿਹੜਾ ਸਤ ਦੇ ਰਸਤੇ ਚੱਲਣ ਵਾਲਾ ਉਸ ਤੂੰ ਪੁੱਤਰ ਨੂੰ ਨਲਾਇਕ ਕਹਿ ਰਹੀਆਂ ਹੈ। ਭਗਤ ਜਗਤ ਕੀ ਰਹਿਤ ਅਜੁਕਤੰ ਸਿਆਣੇ ਕਹਿੰਦੇ ਆ ਵੀ ਜਿਹੜੇ ਭਗਤੀ ਦੀ ਜਿਹੜੀ ਜੁਗਤੀ ਜਿਹੜੀ ਕੋਈ ਜੁਗਤੀ ਹੁੰਦੀ ਹੈ ਉਹ ਕਹਿੰਦੇ ਨਾ ਜੁੜਨ ਵਾਲੀ ਰਹਿਤ ਹੁੰਦੀ ਹੈ ਸੰਸਾਰੀ ਲੋਕਾਂ ਦੀ ਤੇ ਭਗਤਾਂ ਦੀ। ਉਹ ਆਪੋ ਵਿੱਚ ਇੱਕ ਦੂਸਰੇ ਨਾਲ ਜੁੜ ਨਹੀਂ ਸਕਦੇ। ਉਹਨਾਂ ਦੀ ਰਹਿਤ ਫਿਰ ਜਿਹੜੀ ਵੱਖਰੀ ਭਗਤਾਂ ਕੀ ਚਾਲਾਂ ਨਰਾਲੀ ਭਗਤਾਂ ਕਿਰੀ ਬਿਖਮ ਮਾਰਗ ਚੱਲਣਾ, ਜਿਵੇਂ ਤੀਸਰੇ ਪਾਤਸ਼ਾਹ ਅਮਰਦਾਸ ਜੀ ਨੇ ਕਿਹਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਭਗਤਾਂ ਦੀ ਤੇ ਸੰਸਾਰ ਦੇ ਲੋਕਾਂ ਦੀ ਕਹਿੰਦੇ ਨਾ ਜੁੜਨ ਵਾਲੀ ਰਹਿਤ ਹੁੰਦੀ, ਆਪੋ ਵਿੱਚ ਇਹ ਜੁੜ ਨਹੀਂ ਸਕਦੇ ਹਨ। ਇਕ ਧਨ ਗਾਹਕ ਇਕਲੇ ਮੁਕਤੰ ਇੱਕ ਜਿਹੜਾ ਸੰਸਾਰੀ ਪੁਰਸ਼ ਉਹ ਧੰਦਾ ਗਾਹਕ ਹੁੰਦਾ ਹੈ, ਇੱਕ ਕਹਿੰਦੇ ਮੁਕਤੀ ਲੈਣਾ ਚਾਹੁੰਦਾ ਹੈ। ਗਇਓ ਦਰਵ ਜਾਣਿਓ ਨਿਜ ਜੇਤੋ ਤੂੰ ਵੀ ਕਾਲੂ ਜਿੰਨਾ ਕੁ ਧਨ ਹੁਣ ਤੱਕ ਤੇਰੇ ਘਰੋਂ ਚਲਿਆ ਗਿਆ ਤੂੰ ਜਾਣਦਾ ਸਮਝਦਾ ਹੈ। ਮੋਰ ਨਿਕਟ ਤੇ ਲੇਵਹ ਤੇਤੋ ਕਹਿੰਦੇ ਉਹ ਜਿੰਨਾ ਇਹ ਲੈ ਕੇ ਇਹਨਾਂ ਨੇ ਗਵਾਇਆ ਜੀ ਮੇਰੇ ਕੋਲੋਂ ਕਹਿ ਕੇ ਸਾਰਾ ਹੀ ਲੈ ਲੈ। ਰਾਏ ਦੇਤ ਸੋ ਲੇਤ ਨ ਕਾਲੂ ਇਹ 20 ਰੁਪਏ ਰਾਏ ਬੁਲਾਰ ਦੇ ਰਿਹਾ ਕਾਲੂ ਲੈ ਨਹੀਂ ਰਿਹਾ। ਭਇਓ ਪਰਸਪਰ ਕਹਿਨ ਵਿਸਾਲੂ ਆਪੋ ਵਿੱਚ ਇੱਕ ਦੂਸਰੇ ਬਹੁਤ ਕਹਿਣਾ ਸੁਣਨਾ ਹੋਇਆ ਹੈ। ਨਿਰਪਤ ਅਮਾਤੈ ਬਾਤ ਮੁਖ ਭਾਖੀ ਫਕੀਰੀ ਰਾਏ ਬੁਲਾਰ ਦੇ ਵਜ਼ੀਰ ਨੇ ਮੂੰਹ ਤੋਂ ਗੱਲ ਕਾਲੂ ਜੀ ਨੂੰ ਆਖੀ। ਆਇ ਸਰਾਏ ਮਨ ਅਵਿਲਾਖੀ ਕਹਿੰਦੇ ਵੀ ਰਾਏ ਬੁਲਾਰ ਦੀ ਆਗਿਆ ਨੂੰ ਤੂੰ ਇੱਛਾ ਕਰਕੇ ਹੁਣ ਮੰਨ ਲੈ। ਬਾਰ ਵਾਰ ਨਹਿ ਫੇਰ ਕਰੀਜੈ ਮੁੜ ਮੁੜ ਕੇ ਤੂੰ ਕਹਿੰਦੇ ਰੁਪਈਏ ਜੇ ਮੋੜਨਾ ਨਾ ਕਰ। ਬਿਨ ਵਿਚਾਰ ਬਚ ਵ੍ਰਿਧਨ ਵਨੀਜੈ ਬਿਨਾਂ ਵਿਚਾਰ ਤੋਂ ਬਜ਼ੁਰਗਾਂ ਦੇ ਬਚਨ ਨੂੰ ਮੰਨ ਲੈਣਾ ਚਾਹੀਏ। ਕਬ ਹੋ ਨ ਝਿਰ ਕਹ ਉਤਪਲ ਲੋਚਨ ਬਾਕੀ ਮੈਂ ਵੀ ਵਜ਼ੀਰ ਤੈਨੂੰ ਕਿਹਾ ਜੇ ਕੌਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਇਹਨਾਂ ਨੂੰ ਤੂੰ ਕਦੇ ਵੀ ਝਿੜਕਿਆ ਨਾ ਕਰ। ਤਵ ਸੁਤ ਸੰਤ ਕੁਬੰਧ ਵਿਮੋਚਨ ਰਾਏ ਬੁਲਾਰ ਸੱਚ ਬੋਲ ਰਿਹਾ, ਤੇਰਾ ਪੁੱਤਰ ਤਾਂ ਸਾਧੂ ਹੈ, ਖੋਟੇ ਬੰਧਨਾਂ ਨੂੰ ਕੱਟਣ ਵਾਲਾ ਹੈ। ਬਹੁਤ ਬਾਰ ਕਹਿ ਰਾਏ ਪਰਬੀਨੇ ਜੋ ਸਿਆਣੇ ਰਾਏ ਬੁਲਾਰ ਨੇ ਬਹੁਤ ਵਾਰੀ ਕਾਲੂ ਜੀ ਨੂੰ ਕਿਹਾ ਹੈ। ਨਿਜ ਘਰ ਤੇ ਕਾਲੂ ਕਰ ਦੀਨੇ ਤੇ ਆਪਣੇ ਹੱਥਾਂ ਤੋਂ 20 ਰੁਪਏ ਕਾਲੂ ਜੀ ਦੇ ਹੱਥ ਵਿੱਚ ਮੱਲੋ ਮੱਲੀ ਫੜਾਈ ਦਿੱਤੇ। ਪੂਰਬ ਸੂਰਤ ਗਮਨਿਓ ਸਦਨਾ ਬਹੁਤ ਹੀ ਚੋਰ ਦਾ ਹੋਇਆ ਕਾਲੂ ਘਰ ਵੱਲ ਨੂੰ ਚੱਲਿਆ ਹੈ। ਅੰਤਰ ਬੈਸਿਓ ਲੱਜਤ ਵਦਨਾ ਇੰਨੀ ਸ਼ਰਮ ਆਈ ਹੈ, ਮੂੰਹ ਜਾ ਲੁਕੋ ਕੇ ਘਰ ਦੇ ਅੰਦਰ ਜਾ ਬੈਠਾ ਹੈ। ਤਲਵੰਡੀ ਜੇਤੇ ਨਰ ਨਾਰੀ ਰਾਏ ਭੋਏ ਦੀ ਤਲਵੰਡੀ ਵਿੱਚ ਜਿੰਨੇ ਇਸਤਰੀ ਪੁਰਸ਼ ਹੈ ਸੁਨ ਘਰ ਕਹਿ ਵੱਡੋ ਬੁਰਿਆਰੀ ਇੱਕ ਦੂਸਰੇ ਸੁਣ ਕੇ ਕਹਿੰਦੇ ਵੀ ਰਾਏ ਜਿਹੜਾ ਕਾਲੂ ਹੈ ਬਹੁਤ ਵੀ ਮਾੜਾ ਬੜਾ ਬੁਰਾ ਹੈ। ਪੂਰਬ ਨਿਰਦੈ ਹੋਏ ਸੁਤ ਮਾਰਾ ਪਹਿਲਾਂ ਤਾਂ ਨਿਰਦਈ ਹੋ ਕੇ ਆਪਣੇ ਪੁੱਤਰ ਦੇ ਥੱਪੜ ਮਾਰੇ। ਨਿਰਪਤੇ ਲੈ ਧਨ ਆਏ ਅਗਾਰਾ ਐਡਾ ਬੁਰਾ ਕਹਿੰਦੇ ਉਹ 20 ਰੁਪਏ ਜਿਹੜੇ ਗੁਆ ਕੇ ਅਸੀਂ ਰਾਏ ਬੁਲਾਰ ਤੋਂ ਕਹਿੰਦੇ ਲੈ ਕੇ ਘਰੇ ਆ ਗਿਆ। ਇਹ ਯੁਗਲ ਕੁਕਰਮ ਕੀਨ ਮਨ ਬਿੰਦ ਮਨ ਹੈ ਵਿੱਚ ਜਾਣਦੇ ਵੀ ਦੋਨੇ ਨੇ ਖੋਟੇ ਮਾੜੇ ਕੰਮ ਕੀਤੇ ਆ ਕਾਲੂ ਨੇ। ਜਹ ਤਹ ਕਾਲੂ ਕੋ ਨਰ ਨਿੰਦ ਜਿੱਥੇ ਹੈ ਕਿਤੇ ਕਾਲੂ ਨੂੰ ਲੋਕ ਨਿੰਦੇ ਭਣਦੇ ਆ। ਪੁਰ ਮਹਿ ਸੁਨ ਨਿੰਦਾ ਨਿਜ ਸਰੋਨਾ ਫਿਰ ਆਪਣੇ ਕੰਨਾਂ ਵਿੱਚ ਵੀ ਆਪਣੀ ਜਿਹੜੀ ਨਿੰਦਾ ਨਗਰ ਦੇ ਲੋਕਾਂ ਤੋਂ ਸੁਣਦਾ ਏ। ਬੋਲ ਨ ਆਵ ਭਇਓ ਮੁਖ ਮੋਨਾ ਮੂੰਹ ਤੋਂ ਚੁੱਪ ਹੀ ਹੋ ਗਿਆ, ਕੋਈ ਬਚਨ ਨਹੀਂ ਆਉਂਦਾ ਇਸ ਨੂੰ। ਦੁਖਤ ਹਿਰਦੇ ਮੈਂ ਵੈ ਕਰ ਭਾਰੀ ਫੇਰੀ ਕਹਿੰਦੇ ਹਿਰਦੇ ਵਿੱਚ ਬਹੁਤ ਭਾਰੀ ਦੁਖੀ ਹੋ ਕੇ ਔਰ ਬਸੂਰ ਕਰ ਭੂਰ ਵਿਚਾਰੀ ਹਿਰਦੇ ਵਿੱਚ ਬਹੁਤਾ ਕਹਿੰਦੇ ਝੂਰਦਾ ਹੋਇਆ ਵਿਚਾਰਿਆ ਹੈ। ਮਰਨ ਭਨੋ
ਭਲੋ ਜੀਵਨ ਧਿਕ ਮੇਰੋ। ਕਹਿੰਦਾ ਇਹਨੂੰ ਤਾਂ ਮਰਨਾ ਹੀ ਚੰਗਾ ਹੈ, ਮੇਰਾ ਤਾਂ ਜਾਣਾ ਹੀ ਤਰਕਾਰ ਹੈ। ਜਹ ਤਹ ਆਪਜਸ ਭਇਓ ਕਨੇਰੋ। ਜਿੱਥੇ ਕਿਤੇ ਮੇਰਾ ਬੜਾ ਭਾਰੀ ਕਹਿੰਦੇ ਬਦਨਾਮੀ ਹੋ ਰਹੀ, ਭੰਡੀ ਹੋ ਰਹੀ ਹੈ। ਲੈ ਕਰ ਦਰਬ ਬੁਲਾਰ ਅਗਾਰਾ। ਵੀਰ ਕਹਿੰਦੇ ਉਹ 20 ਰੁਪਏ ਜੇ ਰਾਏ ਬੁਲਾਰ ਨੇ ਦਿੱਤੇ ਸੀ, ਉਹ ਲੈ ਕੇ ਘਰ ਦੇ ਵਿੱਚੋਂ ਰਾਏ ਬੁਲਾਰ ਕੋਲ ਜਾਏ ਪਾਸ ਮੁਖ ਬਚਨ ਉਚਾਰਾ। ਕੋਲ ਜਾ ਕੇ ਮੁਝਕੋਂ ਬਚਨ ਕਿਹਾ ਰਾਏ ਬੁਲਾਰ ਨੂੰ। ਭੂਪਤ ਲੀਜੈ ਆਪਣੋ ਇਹ ਦਰਬਾ। ਰਾਏ ਬੁਲਾਰ ਜੀ ਆ ਜਿਹੜੇ ਰੁਪਈਏ ਤੁਸੀਂ ਮੱਲੋ ਮੱਲੀ ਦਿੱਤੇ ਆਪਣੇ ਲੈ ਲਓ। ਨਿੰਦਾ ਕਰਤ ਨਗਰ ਮਮ ਸਰਬਾ। ਰੁਪਈਆਂ ਪਿੱਛੇ ਤਾਂ ਸਾਰਾ ਨਗਰ ਮੇਰਾ ਭੰਡੀ ਪ੍ਰਚਾਰ ਕਰੀ ਜਾ ਰਿਹਾ ਹੈ। ਕਹਿਤ ਨਿਰਪਤ ਚਿਤ ਰੋਸ ਵਿਸਾਰੇ। ਉਸ ਵੇਲੇ ਜਿਹੜਾ ਰਾਜਾ ਹੈ ਕਹਿੰਦਾ ਵੀ ਚਿੱਤੋਂ ਗੁੱਸਾ ਭੁਲਾ ਕੇ ਕਮਲ ਨੈਣ ਤੇ ਲੀਨ ਉਧਾਰੇ। ਕਹਿੰਦੇ ਵੀ ਇਹ ਜਿਹੜੇ ਕਵਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਇਹਨਾਂ ਕੋਲੋਂ ਮੈਂ ਕਹਿੰਦੇ ਕਿਸੇ ਸਮੇਂ ਉਧਾਰੇ ਰੁਪਈਏ ਲਿੱਤੇ ਸੀ, ਉਹ ਤੈਨੂੰ ਮੋੜ ਰਿਹਾ। ਸੋ ਦੀਨੇ ਜਾਵਹ ਨਿਜ ਸ਼ਾਲਾ। ਉਹ 20 ਰੁਪਈਏ ਜਿਹੜੇ ਉਧਾਰੇ ਨਾ ਤੋਂ ਲਏ ਸੀ, ਉਹ ਤੈਨੂੰ ਦੇ ਦਿੱਤੇ ਆ ਪਿਓ ਜਾਣ ਕੇ, ਤੂੰ ਆਪਣੇ ਘਰੇ ਲੈ ਕੇ ਚਲਾ ਜਾ। ਪੁੰਨ ਨਾ ਕ੍ਰੋਧ ਕਰ ਸੰਗ ਕਿਰਪਾਲਾ। ਫੇਰ ਵੀ ਇਹਨਾਂ ਦੇ ਨਾਲ ਕਦੇ ਤੂੰ ਗੁੱਸਾ ਨਹੀਂ ਕਰਨਾ ਹੈ। ਜਬ ਕੋ ਜਨਮਿਓ ਇਨ ਸੁਧ ਪਾਈ। ਕਾਲੂ ਬੋਲਿਆ ਹੈ ਬਰਾਏ ਜੀ ਜਦੋਂ ਦਾ ਪੈਦਾ ਪਾਈ, ਜਦੋਂ ਦੀ ਇਹਨਾਂ ਨੇ ਹੋਸ਼ ਪਾਈ ਹੈ। ਇੱਕ ਵਿਰਾਟ ਕਾ ਕਵ ਨ ਖਟਾਈ। ਇਹਨੇ ਹੁਣ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਇੱਕ ਵਿਰੋਧੀ ਕੌਡੀ ਤਾਂ ਇਹਨਾਂ ਨੇ ਕਦੇ ਖੱਟੀ ਨਹੀਂ ਹੈ। ਆਨ ਕਹਾਂ ਤੇ ਦੀਨ ਉਧਾਰਾ। ਉਹ ਕਹਿੰਦੇ ਇਹਨਾਂ ਨੇ ਕਿੱਥੋਂ ਲਿਆ ਕੇ 20 ਰੁਪਏ ਉਧਾਰੇ ਦੇ ਦਿੱਤੇ। ਧਨ ਖਟੈ ਤੋ ਕਿਉ ਹੋਇ ਰਾਰਾ। ਇਹ ਰਾਏ ਬਲਾਰ ਜੀ ਦੇ ਧਨ ਕਮਾ ਕੇ ਲਿਆਵੇ, ਫਿਰ ਸਾਡੀ ਲੜਾਈ ਭਲਾ ਕਿਉਂ ਹੋਵੇ। ਸੁਨ ਕਾਲੂ ਤੁਝ ਕੋ ਸੁਧ ਨਾਹੀ। ਉਹ ਰਾਏ ਬਲਾਰ ਬੋਲਿਆ ਕਾਲੂ ਸੁਣ ਲਾ, ਤੈਨੂੰ ਕੋਈ ਖਬਰ ਸਾਰ ਨਹੀਂ ਹੈ। ਮਾਇਆ ਜਿਤੀ ਪਿਖੋ ਜਗ ਆ ਮਾਹੀ। ਸੰਸਾਰ ਦੇ ਲੋਕਾਂ ਕੋਲ ਜਿੰਨੀ ਕੁ ਮਾਇਆ ਤੂੰ ਦੇਖਦਾ ਆਪਣੇ ਕੋਲ ਤੇ ਮੇਰੇ ਕੋਲ ਵੀ ਸਭ ਵਰਤ ਹੈ ਨਾਨਕ ਅਨਸਾਰੀ। ਇਹ ਜਿਹੜੀ ਮਾਇਆ ਸਾਰੀ ਗੁਰੂ ਨਾਨਕ ਦੇ ਆਗਿਆ ਵਿੱਚ ਵਰਤਦੀ ਹੈ। ਪਤ ਰਜਾਏ ਜਿਉ ਪ੍ਰਤਵਤ ਨਾਰੀ। ਇਹ ਜਿਹੜੀ ਪਤਵਰਤ ਇਸਤਰੀ ਹੁੰਦੀ ਉਹ ਪਤੀ ਦੀ ਆਗਿਆ ਵਿੱਚ ਚੱਲਦੀ ਹੈ ਨਾ, ਇਸ ਤਰ੍ਹਾਂ ਹੀ ਕਹਿੰਦੇ ਇਹਨਾਂ ਦੀ ਆਗਿਆ ਵਿੱਚ ਰਹਿੰਦੀ ਹੈ ਮਾਇਆ। ਸੰਪਤ ਸਰਬ ਤੁਰੰਗ ਮਤੰਗਾ। ਮੇਰੇ ਘਰ ਦੇ ਜਿੰਨੇ ਕਹਿੰਦੇ ਹਾਥੀ ਘੋੜੇ ਹੈ, ਹੋਰ ਵਿਭੂਤੀ ਹੈ, ਧਨ ਪਦਾਰਥ ਹੈ। ਸਿਯੰਦਨ ਔ ਸੁਖ ਪਾਲ ਸੁਰੰਗਾ। ਪਾਲਕੀਆਂ ਦੇਖਦਾ ਹੈ, ਹੋਰ ਕਹਿੰਦੇ ਜਿਹੜੇ ਚੰਗੇ ਰੰਗਾਂ ਵਾਲੇ ਸੋਹਣੇ ਰਸ ਵਗੈਰਾ ਤੱਕਦਾ ਹੈ। ਔਰਜ ਮੁਝ ਘਰ ਸਭ ਵਡਿਆਈ। ਉਹ ਕਾਲੂ ਮੇਰੇ ਘਰ ਦੇ ਵਿੱਚ ਹੋਰ ਜਿਹੜੀ ਕੋਈ ਵਡਿਆਈ ਹੈ ਕਿਸੇ ਪਦਵੀ ਦੀ, ਕਮਲ ਨੈਣ ਕੀ ਕਰਨਾ ਪਾਈ। ਇਹ ਤਾਂ ਜਿਹੜੇ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਉਹਨਾਂ ਦੀ ਕਿਰਪਾ ਕਰਕੇ ਮੈਂ ਸਭ ਕੁਝ ਪਾਇਆ ਹੋਇਆ। ਸੋਰਠਾ ਅਸਬਿਦ ਰਾਏ ਬੁਲਾਰ। ਇਸ ਤਰ੍ਹਾਂ ਦੇ ਬਚਨ ਰਾਏ ਬੁਲਾਰ ਜੀ ਨੇ ਕਾਲੂ ਕੋ ਸਮਝਾਵਈ। ਕਾਲੂ ਨੂੰ ਸਮਝਾਉਣ ਵਾਸਤੇ ਕਹੇ ਨੇ। ਪਰ ਸ਼ਰਦਾ ਉਰ ਧਾਰ। ਬਹੁਤ ਹੀ ਸ੍ਰੇਸ਼ਟ ਹਿਰਦੇ ਵਿੱਚ ਸ਼ਰਧਾ ਧਾਰ ਕੇ ਪਰਮ ਪ੍ਰੇਮ ਉਪਜਾਵਈ। ਰਾਏ ਬੁਲਾਰ ਬੜਾ ਪ੍ਰੇਮ ਪੈਦਾ ਕਰ ਰਿਹਾ ਹੈ। ਤੋਹਰਾ ਬਦਨ ਇੰਦ ਸ਼ਬ ਮਦਨ ਸਮ। ਜਿਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁਖ ਹੈ ਚੰਦਰਮਾ ਵਰਗਾ ਹੈ, ਜਾਂ ਕਾਮ ਦੇ ਸਮਾਨ ਜਿਨ੍ਹਾਂ ਦੀ ਕਹਿੰਦੇ ਛਵੀ ਹੈ, ਸੋਭਾ ਹੈ। ਕਦਨ ਕਲੁਖ ਦੁਖ ਮੰਦ। ਦੁੱਖਾਂ ਨੂੰ ਕੱਟਣ ਵਾਲੇ, ਪਾਪਾਂ ਨੂੰ ਕੱਟਣ ਵਾਲੇ, ਦੁੱਖਾਂ ਨੂੰ ਦੂਰ ਕਰ ਦੇਣ ਵਾਲੇ। ਸਵੇਛਾ ਹੋਇ ਵਿਚਰਤ ਨਗਰ। ਉਹ ਜਿਵੇਂ ਆਪਣੀ ਮਨ ਦੀ ਇੱਛਾ ਹੁੰਦੀ ਇਸ ਤਰ੍ਹਾਂ ਕਹਿੰਦੇ ਨਗਰ ਵਿੱਚ ਫਿਰਦੇ ਹਨ। ਜਗਤ ਭਗਤ ਦਾ ਆਨੰਦ। ਇਸ ਸੰਸਾਰ ਦੇ ਵਿੱਚ ਭਗਤਾਂ ਨੂੰ ਕਹਿੰਦੇ ਆਨੰਦ ਦੇ ਦਾਤਾ, ਆਨੰਦ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਉਹ ਜਿਵੇਂ ਵੀ ਆਪ ਜੀ ਨੇ ਅਵਤਾਰ ਧਾਰਿਆ, ਬਾਲਕ ਅਵਸਥਾ ਹੈ, ਜਿਵੇਂ ਬਾਲ ਬੱਚੇ ਲੀਲਾ ਕਰਦੇ ਚੇਸ਼ਟਾ ਕਰਦੇ ਹੁੰਦੇ ਆ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਸਵਾਂਗ ਜਾ ਕੀਤਾ ਹੈ। ਉਹ ਸਾਰੀਆਂ ਉਧਾਰ ਵਾਸਤੇ, ਦੂਜਿਆਂ ਨੂੰ ਸਿੱਖਿਆ ਦੇਣ ਵਾਸਤੇ ਸਾਰਾ ਕੋਈ ਕਿਰਿਆ ਕਰਾਈ ਸਤਿਗੁਰੂ ਨੇ। ਸੋ ਆਪਾਂ ਕੀ ਪ੍ਰਸੰਗ ਸੁਣਿਆ, ਲਾਹਾ ਲਿਆ, ਇੱਥੇ ਸੰਪੂਰਨ ਹੋਇਆ ਹੈ। ਇਸ ਤੋਂ ਅੱਗੇ ਜਿਵੇਂ ਵੀ ਇਹ ਇਤਿਹਾਸ ਵਿੱਚ ਸੋਹਣਾ ਪ੍ਰਸੰਗ ਆਏਗਾ, ਸੁਣ ਕੇ ਲਾਭ ਲਵਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰਕੇ
ਗੁਰੂ ਮਹਾਰਾਜ ਦੀ ਅੱਗੇ ਅਰਦਾਸ ਕਰੀਏ ਜੀ। ਬਦਨ ਇੰਦ ਛਬ ਮਦਨ ਸਮ ਕਦਨ ਕਲੁਖ ਦੁਖ ਮੰਦ ਸਵੇਛਾ ਹੋਇ ਵਿਚਰਤ ਨਗਰ ਜਗਤ ਭਗਤ ਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।